ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਇਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਗੁਰਬਾਣੀ ਦੇ ਵਿੱਚੋਂ ਸਾਨੂੰ ਮਿੱਠੇ ਮਿੱਠੇ ਹਲੂਣੇ ਮਿਲਦੇ ਨੇ, ਪ੍ਰੇਰਣਾ ਮਿਲਦੀ ਹੈ, ਇੱਕ ਜੀਵਨ ਜੁਗਤ ਦੇ ਹੁਲਾਰੇ ਮਿਲਦੇ ਨੇ, ਤੇ ਅਸੀਂ ਉਸ ਪੰਕਤੀ ਦੇ ਜੋ ਸਿਧਾਂਤ ਹੈ ਉਹਦੇ ਵਾਰਸ ਬਣਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅੱਜ ਗੌੜੀ ਰਾਗ ਸ਼ੁਰੂ ਹੋ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 151 ਦੇ ਉੱਪਰ ਅੰਕਿਤ ਗੌੜੀ ਰਾਗ ਦੀ ਸ਼ੁਰੂਆਤ ਹੈ। ਆਓ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਰਾਗ ਗੌੜੀ ਗੁਹਾਰੇ ਰੀ, ਮਹੱਲਾ ਪਹਿਲਾ, ਚੌਪਦੇ ਦੋਪਦੇ। ਗੌੜੀ ਰਾਗ ਹੈ ਤੇ ਗੌੜੀ ਦੇ ਨਾਲ ਗੁਆਰੇ ਰੀ ਇਹਦੀ ਕਿਸਮ ਹੈ, ਕਿਉਂਕਿ ਗੌੜੀ ਨਾਲ ਦੀਪਕੀ ਵੀ ਮਿਕਸ ਕੀਤਾ ਸੀ, ਗੁਆਰੇ ਰੀ ਇਹ ਵੀ ਮਿਕਸ ਕੀਤਾ ਹੈ। ਇਹਦਾ ਮਿਕਸ ਰਾਗ ਵੀ ਹਨ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ। ਅੱਗੇ ਦੋ ਸ਼ਬਦ ਲਿਖੇ, ਚੌਪਦੇ ਦੋਪਦੇ। ਹੁਣ ਜਿੱਥੇ ਇਸ ਅੰਗ ਦੇ ਉੱਪਰ ਜਿਹੜੇ ਤਿੰਨ ਸ਼ਬਦ ਨੇ, ਪਹਿਲਾ ਸ਼ਬਦ 3 ਪਦਿਆਂ ਦਾ ਹੈ, ਦੂਸਰਾ 4 ਪਦਿਆਂ ਦਾ ਹੈ, ਤੀਸਰਾ 3 ਪਦਿਆਂ ਦਾ ਹੈ। ਹੁਣ ਜਿਹਨੂੰ ਚੌਪਦੇ ਦੋਪਦੇ ਕਿਹਾ ਹੈ। ਦੋਪਦੇ ਦੇ ਅਰਥ ਹੈ, ਹੁਣ ਇੱਕ ਪੰਕਤੀ ਦੇ ਵਿੱਚ 2-2 ਪਦੇ ਨੇ, 4-4 ਪੰਕਤੀਆਂ ਦਾ ਇੱਕ ਪਦਾ ਹੈ। ਉਂਝ ਦੋ ਪੰਕਤੀਆਂ ਦਾ ਇੱਕ ਪਦਾ ਹੁੰਦਾ ਤਕਰੀਬਨ, ਇੱਥੇ 4-4 ਪੰਕਤੀਆਂ ਦਾ ਹੈ, ਇਸ ਲਈ 2-2 ਪਦੇ ਇੱਕ ਪਦੇ ਵਿੱਚ ਹਨ। 4-4 ਪੰਕਤੀਆਂ ਦੇ ਪਦੇ ਨੇ। ਆਓ ਸਿੱਖਣ ਦਾ ਯਤਨ ਕਰੀਏ। ਸਟਾਰਟਿੰਗ ਤੇ ਪੂਰਾ ਮੂਲ ਮੰਤਰ, ਫਿਰ ਦੁਬਾਰਾ ਅੰਕਿਤ ਹੈ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਰੰਭਤਾ ਤੇ ਸੀ, ਜਪਨਾਮ ਦੀ ਬਾਣੀ ਤੋਂ ਪਹਿਲਾਂ। ਹੁਣ ਫਿਰ ਇੱਥੇ ਗੌੜੀ ਜੋ ਰਾਗ ਸ਼ੁਰੂ ਹੋ ਰਿਹਾ, ਇੱਥੇ ਫਿਰ ਹੈ ਇੱਕ ਓੰਕਾਰ ਸਤਨਾਮ ਵਾਹਿਗੁਰੂ ਜੀ ਇੱਕ ਹੈ। ਉਹਦਾ ਨਿਜ਼ਮ, ਉਹਦਾ ਗਿਆਨ ਰੂਪੀ ਨਾਮ, ਉਹਦਾ ਧਿਆਨ ਰੂਪੀ ਨਾਮ ਸਦੀਵੀ ਹੈ। ਕਰਤਾ ਪੁਰਖ ਹੈ, ਕ੍ਰੀਏਟਰ ਹੈ, ਉਹਨੇ ਸਿਰਜਣਾ ਕੀਤੀ ਹੈ। ਵਾਹਿਗੁਰੂ ਜੀ ਨੇ ਉਹਦਾ ਨਾਮ ਸਿਰਜਣਾ ਕਰਦਾ ਹੈ। ਨਿਜ਼ਮ ਵਿੱਚੋਂ ਸਿਰਜਣਾ ਹੋ ਰਹੀ ਹੈ। ਫਿਰ ਉਹਦਾ ਗਿਆਨ ਰੂਪੀ ਨਾਮ ਅੰਦਰ ਗੁਰਮੁਖ ਸੁਭਾਅ ਤੇ ਗੁਰਮਤ ਵਾਲੇ ਜੀਵਨ ਦੀ ਸਿਰਜਣਾ ਕਰਦਾ। ਨਿਰਭਉ ਨਿਰਵੈਰ, ਨਾ ਉਹਨੂੰ ਕਿਸੇ ਨਾਲ ਡਰ ਹੈ ਤੇ ਨਾ ਕਿਸੇ ਨਾਲ ਵੈਰ ਹੈ। ਸਤਨਾਮ ਹੈ, ਸਦੀਵੀ ਹੈ, ਕਰਤਾ ਪੁਰਖ ਹੈ, ਨਿਰਭਉ ਵੀ ਹੈ, ਨਿਰਵੈਰ ਵੀ ਹੈ। ਅਕਾਲ ਮੂਰਤ
ਉਹਦੇ 'ਤੇ ਕੋਈ ਪ੍ਰਭਾਵ ਨਹੀਂ ਹੈ, ਨਾ ਕਿਸੇ ਸਰਕਮਸਟੈਂਸਿਸ ਦਾ, ਨਾ ਸਮੇਂ ਦਾ, ਨਾ ਸਥਿਤੀ ਦਾ, ਨਾ ਪ੍ਰਸਥਿਤੀ ਦਾ, ਨਾ ਸਿਚੁਏਸ਼ਨ, ਨਾ ਸਰਕਮਸਟੈਂਸਿਸ, ਕੋਈ ਪ੍ਰਭਾਵ ਨਹੀਂ। ਅਜੂਨੀ ਜਨਮ ਮਰਨ ਵਿੱਚ ਨਹੀਂ ਹੈ, ਆਪਣੇ ਆਪ ਤੋਂ ਪੈਦਾ ਹੋਇਆ। ਸੈਭੰ ਆਪਣੇ ਆਪ ਤੋਂ ਉਹਦੀ ਸ਼ਕਤੀ ਬਣਦੀ ਹੈ। ਮਾਤਾ ਦੇ ਗਰਭ ਵਿੱਚ ਜਦੋਂ ਸ਼ਕਤੀ ਬਣਦੀ ਹੈ, ਉਹ ਵੀ ਆਪਣੇ ਆਪ ਤੋਂ ਹੀ ਪੈਦਾ ਹੁੰਦੀ ਹੈ। ਕਿਸੇ ਬੀਜ ਅੰਦਰ ਜੋ ਵੀ ਉਤਪਤੀ ਹੁੰਦੀ ਹੈ, ਉਹਦੀ ਜੋਤ ਜਿੱਥੇ ਆਉਂਦੀ ਹੈ, ਉਹ ਆਪਣੇ ਆਪ ਹੀ ਟਿਕਦੀ ਹੈ, ਕਿਸੇ ਦੇ ਵੱਸ ਵਿੱਚ ਨਹੀਂ। ਗੁਰ ਪ੍ਰਸਾਦ, ਗੁਰੂ ਸਾਹਿਬ ਦਾ ਜੋ ਗੁਰੂ ਰੂਪ ਹੈ, ਉਪਦੇਸ਼, ਸਿੱਖਿਆਵਾਂ, ਉਹਦੀ ਸਾਡੇ ਜੀਵਨ 'ਤੇ ਕਿਰਪਾ ਹੁੰਦੀ ਹੈ, ਉਸ ਨਾਲ ਸਾਡਾ ਜੀਵਨ ਬਦਲਦਾ ਹੈ। ਅੱਗੋਂ ਸਤਿਗੁਰੂ ਜੀ ਆਪਣੇ ਅੰਦਾਜ਼ ਵਿੱਚ ਗੱਲ ਸਮਝਾ ਰਹੇ ਨੇ। ਪਉ ਮੁੱਚ ਭਾਰਾ ਵੱਡਾ ਤੋਲ, ਤੋਲ ਤੱਕੜੀ, ਤੱਕੜੀ ਦੇ ਦੋ ਪਲੜੇ ਹੁੰਦੇ ਨੇ। ਇੱਕ ਪਲੜੇ ਵਿੱਚ ਜਿਹੜੀ ਚੀਜ਼ ਰੱਖੀ ਹੁੰਦੀ ਹੈ, ਜਿਹੜਾ ਥੱਲੇ ਨਿਭ ਗਿਆ, ਮੰਨ ਲਓ ਭਾਰਾ ਹੈ, ਦੂਜਾ ਹੌਲਾ ਹੈ। ਆਮ ਤੌਰ 'ਤੇ ਤੋਲਣ ਵਾਸਤੇ, ਵੇਟ ਕਰਨ ਵਾਸਤੇ ਹੁੰਦਾ ਸੀ। ਇੱਕ ਪਾਸੇ ਸਬਜ਼ੀ ਪਾ ਲਈ, ਇੱਕ ਪਾਸੇ ਵੱਟੇ ਪਾ ਲਏ ਨੇ, 1 ਕਿਲੋ 2 ਕਿਲੋ, ਦੂਸਰੇ ਪਾਸੇ ਸਬਜ਼ੀ ਜਾਂ ਕੋਈ ਵਸਤੂ ਪਾ ਲਈ ਹੈ। ਜਦੋਂ ਉਹ ਬਰਾਬਰ ਹੋ ਜਾਏਗੀ, ਉਦੋਂ ਉੱਥੇ ਦੋਨੋਂ ਪਲੜੇ ਬਰਾਬਰ ਹੋ ਜਾਣਗੇ। ਜਿੰਨਾ ਚਿਰ ਉਹ ਘੱਟ ਹੈ, ਉਹ ਪਲੜਾ ਨੀਵਾਂ ਰਹੇਗਾ, ਵੱਧ ਹੋ ਗਿਆ ਤਾਂ ਉਹ ਨੀਵਾਂ ਹੋ ਜਾਏਗਾ। ਯਾਨੀ ਜਿਹੜਾ ਪਲੜਾ ਵੱਡਾ ਹੋਏਗਾ, ਭਾਰਾ ਹੋਏਗਾ, ਉਹ ਥੱਲੇ ਨੀਵਾਂ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਸਾਡੀ ਮੱਤ ਦੇ ਵਿੱਚ ਇੱਕ ਤਾਂ ਹੈ ਰੱਬ ਦਾ ਭੈ। ਜੇ ਰੱਬ ਦਾ ਭੈ ਹੈ, ਹਰ ਫੈਸਲਾ ਰੱਬੀ ਭੈ ਵਿੱਚ ਲੈਣ ਦੀ ਇੱਕ ਆਦਤ ਬਣ ਗਈ, ਇੱਕ ਜੁਗਤ ਬਣ ਗਈ। ਇਹ ਭਾਰਾ ਤੋਲ ਹੈ, ਮਹਿੰਗਾ ਹੈ, ਕੀਮਤੀ ਹੈ, ਇੰਪੋਰਟੈਂਟ ਹੈ ਸਾਡੀ ਜ਼ਿੰਦਗੀ 'ਚ। ਜੇ ਰੱਬ ਦਾ ਭੈ ਅੰਦਰ ਨਾ ਵਸਿਆ, ਤੇ ਫਿਰ ਮਨ ਮਤ ਹੌਲੀ ਬੋਲੇ ਬੋਲ। ਫਿਰ ਮਨ ਤੇ ਮਤ ਦੋਨੋਂ ਇੱਕ ਐਸੀ ਖੇਲ ਖੇਲਦੇ ਨੇ। ਮਤ ਹੋਛੀ ਹੋ ਜਾਂਦੀ ਹੈ, ਮਨ ਦੇ ਪਿੱਛੇ ਲੱਗ ਜਾਂਦੀ ਹੈ। ਇਹਦੇ ਬੋਲ ਜਿਹੜੇ ਨੇ ਹੌਲੀ ਬੋਲੇ ਬੋਲ, ਹੋਛੇ ਬੋਲ ਬੋਲਦੀ ਹੈ। ਹੋਛੀ ਮਤ ਦੇ ਵਿੱਚੋਂ ਨਿਕਲੇ ਹੋਏ ਬੋਲ ਗੁਰੂ ਨਾਲ ਸੰਬੰਧਿਤ ਨਹੀਂ ਹੁੰਦੇ, ਵਾਹਿਗੁਰੂ ਜੀ ਨਾਲ ਸੰਬੰਧਿਤ ਨਹੀਂ ਹੁੰਦੇ। ਹੋਛੀ ਮਤ ਦੇ ਬੋਲੇ ਹੋਏ ਬੋਲ, ਸੋਚਾਂ, ਫੈਸਲੇ ਰੱਬੀ ਮਾਰਗ ਦੇ ਨਹੀਂ ਹੁੰਦੇ, ਉਹ ਮਨਮੁਖਤਾਈ ਵਾਲੇ ਪਾਸੇ ਦੇ ਫੈਸਲੇ ਹੁੰਦੇ ਨੇ। ਸਿਰ ਧਰ ਚੱਲੀਐ ਸਹੀਐ ਭਾਰ। ਜਿਹੜੀ ਹੋਛੀ ਮਤ ਹੈ ਨਾ, ਉਹ ਚਿੰਤਾਵਾਂ, ਉਲਝਣ ਤਾਣੀਆਂ, ਫਿਕਰਾਂ, ਇਹ ਭਾਰ ਸਿਰ ਤੇ ਚੁੱਕਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਉਣਾ ਚਾਹੀਦਾ ਸਿਰ ਤੇ ਰੱਬ ਦੇ ਭੈ ਦਾ ਭਾਰ ਚੁੱਕ ਕੇ। ਆਖੋ ਵਾਹਿਗੁਰੂ, ਭਾਵ ਉਹਦੇ ਭੈ ਵਿੱਚ ਅੰਦਰ ਪੂਰਾ ਵਿਸ਼ਵਾਸ ਹੋਵੇ। ਰੱਬ ਦੇ ਭੈ ਵਿੱਚ ਤੁਰ ਕੇ ਹੀ ਇਹ ਮਨ ਸੁਚੇਤ ਹੋਏਗਾ, ਮਤ ਸੁਚੇਤ ਹੋਏਗੀ, ਤੇ ਰੱਬ ਦੇ ਭੈ ਵਿੱਚ ਤੁਰ ਕੇ ਹੀ ਗੁਰਮੁਖ ਜੀਵਨ ਤੇ ਗੁਰਮਤ ਵਾਲਾ ਜਿਹੜਾ ਹੈ, ਗੁਰਮੁਖਤਾਈ ਵਾਲਾ ਤੇ ਗੁਰਮਤ ਸੋਚ ਵਾਲਾ ਜੀਵਨ ਮਿਲੇਗਾ। ਇਸ ਲਈ ਰੱਬ ਦੇ ਭੈ ਵਿੱਚ ਚੱਲਣਾ ਚਾਹੀਦਾ। ਨਦਰੀ, ਕਰਮੀ, ਗੁਰ ਵਿਚਾਰ। ਇਹ ਤਰੀਕਾ ਕੀ ਹੈ? ਜੋ ਗੁਰ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਪਦੇਸ਼ ਨੇ, ਵੱਖ-ਵੱਖ ਥਾਵਾਂ ਤੇ ਜਿੰਨੇ ਉਪਦੇਸ਼ ਨੇ, ਉਹਨੂੰ ਵਿਚਾਰਨਾ ਹੈ। ਵਿਚਾਰਨਾ ਤੋਂ ਭਾਵ ਮੰਨਣਾ ਹੈ, ਸਮਰਪਿਤ ਹੋਣਾ ਹੈ। ਮੇਰੇ ਫਾਇਦੇ ਲਈ ਗੁਰੂ ਦੇ ਉਪਦੇਸ਼ ਨੇ, ਉਹਦੇ ਨਾਲ ਬਖਸ਼ਿਸ਼ ਮਿਲਣੀ ਹੈ, ਰੱਬ ਦੀ ਨਜ਼ਰ ਮਿਲਣੀ ਹੈ, ਬਖਸ਼ਿਸ਼ ਨਾਲ ਜੀਵਨ ਸੰਵਰਨਾ ਹੈ। ਇਹਦਾ ਮੁੱਢ ਕੀ ਹੋਇਆ? ਰੱਬ ਦਾ ਭੈ। ਭੈ ਬਿਨ ਕੋਇ ਨਾ ਲੰਘਸ ਪਾਰ। ਭੈ ਤੋਂ ਬਿਨਾਂ ਜੀਵਨ ਮੈਨੇਜ ਨਹੀਂ ਹੋ ਸਕੇਗਾ। ਕੁਸੰਗੀ ਪ੍ਰਵਿਰਤੀਆਂ ਵਿੱਚ ਡੁੱਬਣ ਤੋਂ ਬਚਣ ਦਾ ਤਰੀਕਾ ਹੈ ਰੱਬੀ ਭੈ। ਇਹਨੂੰ ਆਪਾਂ ਸੌਖਾ ਜਿਹਾ ਸਮਝ ਲਈਏ। ਆਪਣੇ ਦੇਸ਼ਾਂ ਵਿੱਚ, ਵੈਸਟਰਨ ਕੰਟਰੀਜ਼ ਦੇ ਵਿੱਚ ਜੋ ਟ੍ਰੈਫਿਕ ਨਿਯਮ ਨੇ, ਉਹ ਹਰ ਕੋਈ ਫੋਲੋ ਕਰ ਰਿਹਾ। ਕੰਪੈਰੇਟਿਵਲੀ ਇੰਡੀਆ ਵਰਗੇ ਦੇਸ਼, ਅਫਰੀਕਾ ਚਲੇ ਜਾਈਏ, ਕੇਨੀਆ ਵਰਗੇ ਦੇਸ਼, ਉੱਥੇ ਟ੍ਰੈਫਿਕ ਨਿਯਮਾਂ ਦਾ ਬਹੁਤ ਬੁਰਾ ਹਾਲ ਹੈ।
ਇਸੇ ਕਰਕੇ ਉੱਥੇ ਐਕਸੀਡੈਂਟ ਦੀ ਦਰ ਬਹੁਤ ਜ਼ਿਆਦਾ ਹੈ। ਕਾਰਨ ਕੀ ਹੈ? ਕਾਰਨ ਇਹ ਉਹਦਾ ਇੱਕ ਕਾਰਨ ਇਹ ਵੀ ਹੈਗਾ ਕਿ ਜੋ ਟ੍ਰੈਫਿਕ ਡਿਪਾਰਟਮੈਂਟ ਹੈ, ਉਹ ਸੜਕਾਂ 'ਤੇ ਦਿਖਾਈ ਨਹੀਂ ਦੇ ਰਿਹਾ। ਖੜ੍ਹਦੇ ਨੇ ਤਾਂ ਉਹ ਕੇਵਲ ਚਲਾਨ ਕੱਟਣ ਵਾਸਤੇ ਖੜ੍ਹਦੇ ਨੇ, ਟਿਕਟ ਦੇਣ ਵਾਸਤੇ, ਰੈਵਨਿਊ ਇਕੱਠਾ ਕਰਨ ਵਾਸਤੇ। ਉਂਝ ਉਹਨਾਂ ਦੀ ਕੋਈ ਨਜ਼ਰ ਨਹੀਂ ਹੈ ਕਿ ਕੌਣ ਕਿੱਦਾਂ ਜਾ ਰਿਹਾ ਹੈ। ਜਿਸ ਦਿਨ ਉਹਨਾਂ ਨੇ ਰੈਵਨਿਊ ਇਕੱਠਾ ਕਰਨਾ, ਉਸ ਦਿਨ ਕਿਸੇ ਨਾ ਕਿਸੇ ਬਹਾਨੇ ਚਲਾਨ ਕੱਟੀ ਤੁਰੇ ਜਾਣੇ ਨੇ, ਕੱਟੀ ਤੁਰੇ ਜਾਣੇ ਨੇ, ਅੱਗੇ ਪਿੱਛੇ ਪੁੱਛਣਾ ਕਿਸੇ ਨੂੰ ਨਹੀਂ। ਇੱਥੇ ਉਹ ਸਿਸਟਮ ਨਹੀਂ ਹੈ। ਇੱਥੇ ਹਰ ਵੇਲੇ ਪੁਲਿਸ ਸੜਕਾਂ 'ਤੇ ਹੈ, ਹਰ ਵੇਲੇ ਚੱਪੇ ਚੱਪੇ 'ਤੇ ਨਜ਼ਰ ਰੱਖ ਰਹੇ ਨੇ, ਕੈਮਰੇ ਲੱਗੇ ਹੋਏ ਨੇ। ਤਾਂ ਹਰ ਇੱਕ ਦੇ ਮਨ ਵਿੱਚ ਇੱਕ ਭੈ ਬਣਿਆ ਹੋਇਆ ਤੇ ਉਹ ਜਿਹੜਾ ਭੈ ਹੈ ਨਾ, ਉਹ ਨਿਯਮਾਂ ਨਾਲ ਪਿਆਰ ਕਰਵਾ ਰਿਹਾ। ਆਖੋ ਵਾਹਿਗੁਰੂ। ਇਸ ਰਮਜ਼ ਨੂੰ ਸਮਝੀਏ। ਅਗਰ ਵੈਸਟਰਨ ਕੰਟਰੀਜ਼ ਦੇ ਵਿੱਚ, ਇਹਨਾਂ ਦੇਸ਼ਾਂ ਦੇ ਵਿੱਚ ਕਿਤੇ ਪੁਲਿਸ ਡਿਪਾਰਟਮੈਂਟ ਇਹ ਕਹਿ ਦੇਵੇ ਵੀ 2 ਸਾਲ ਤੁਸੀਂ ਜਿੱਦਾਂ ਮਰਜ਼ੀ ਗੱਡੀ ਚਲਾਓ, ਤੁਹਾਨੂੰ ਕੋਈ ਟਿਕਟ ਨਹੀਂ ਮਿਲੇਗੀ, ਮਨ ਕਾਹਲਾ ਪੈਂਦਾ ਹੈ, ਛੇਤੀ ਪਹੁੰਚਾ। ਮਨ ਦੀ ਕਮਜ਼ੋਰੀ ਵੀ ਹੋ ਸਕਦੀ ਹੈ, ਪ੍ਰੋਪਰ ਤਿਆਰ ਹੋਣ ਵਾਸਤੇ ਟਾਈਮ ਆਪਣਾ ਸਪੈਂਡ ਕਰਦੇ ਹਾਂ। ਜੇ ਕੋਈ ਘੰਟੇ 'ਚ ਤਿਆਰ ਹੁੰਦਾ ਤਾਂ 1 ਘੰਟਾ ਪਹਿਲਾਂ ਹੀ ਸ਼ੁਰੂ ਹੁੰਦਾ ਹੈ ਤਿਆਰ ਹੋਣ ਵਾਸਤੇ। ਕਮਜ਼ੋਰੀਆਂ ਨੇ, ਜਦਕਿ 15-20 ਮਿੰਟ ਹਰ ਪਾਸੇ ਸਰਪਲਸ ਹੋ ਕੇ ਚੱਲਣਾ ਚਾਹੀਦਾ ਹੈ। ਫਿਰ ਰਸ਼ ਹੋਏਗਾ, ਛੇਤੀ ਪਹੁੰਚਣਾ ਹੈ, ਛੇਤੀ ਪਹੁੰਚਣਾ ਹੈ, ਅਤੇ ਤੁਸੀਂ ਦੇਖੋਗੇ ਵੀ ਇਹ ਮਨ ਵਿੱਚ ਹੈ ਵੀ ਟਿਕਟ ਤਾਂ ਕਿਸੇ ਨੇ ਦੇਣੀ ਨਹੀਂ, ਫਿਰ ਓਵਰ ਸਪੀਡ ਵੀ ਹੋਏਗਾ। ਭੈ ਨਿਯਮਾਂ ਨਾਲ ਪਿਆਰ ਕਰਵਾਉਂਦਾ। ਆਖੋ ਵਾਹਿਗੁਰੂ। ਭੈ ਬਿਨ ਕੋਈ ਨਾ ਲੰਘੇ ਸਪਾਰ। ਭੈ ਭਉ ਰਾਖਿਆ ਭਾਏ ਸਵਾਰ। ਹੁਣ ਇਹ ਗੱਲ ਹੋਰ ਪਿਛਲੀ ਪੰਕਤੀ ਨਾਲ ਸੰਬੰਧਿਤ। ਉਹ ਜਿਹੜੀ ਆਪਾਂ ਉਦਾਹਰਣ ਦਿੱਤੀ ਹੈ ਸਿਰਫ ਭੈ ਨੂੰ ਸਮਝਣ ਵਾਸਤੇ ਹੈ, ਪਰ ਉਹ ਮੈਲਾ ਭੈ ਹੈ, ਬਾਹਰ ਦਾ ਭੈ ਹੈ। ਜਿਹੜਾ ਅੰਦਰਲਾ ਭੈ ਹੈ ਉਹ ਨਿਰਮਲ ਭਾਉ ਹੁੰਦਾ ਹੈ। ਉਹਦੇ ਵਿੱਚ ਹਰ ਵੇਲੇ ਇੱਕ ਰੱਬ ਦੀ ਮਿੱਠੀ ਮਿੱਠੀ ਯਾਦ ਹੈ। ਭੈ ਭਉ ਰਾਖਿਆ ਭਾਏ ਸੰਵਾਰ। ਅੰਦਰ ਭਾਈ ਵੀ ਹੈ, ਪ੍ਰੇਮ ਵੀ ਹੈ। ਮੈਂ ਆਪਣੇ ਵਾਹਿਗੁਰੂ ਜੀ ਦਾ ਪਿਆਰਾ ਪੁੱਤਰ ਹਾਂ, ਮੈਂ ਆਪਣੇ ਗੁਰੂ ਸਾਹਿਬ ਦਾ ਪੁੱਤਰ ਹਾਂ। ਇਸ ਗੂੜੀ ਪ੍ਰੀਤ ਦੇ ਵਿੱਚੋਂ ਜਿਹੜਾ ਭਾਵ ਨਿਕਲਦਾ ਹੈ, ਉਹਨੂੰ ਕੌਨਸ਼ੀਅਸਨੈਸ ਕਹਿੰਦੇ ਨੇ, ਉਹਨੂੰ ਅਦਬ ਸਤਿਕਾਰ ਕਹਿੰਦੇ ਨੇ। ਇਸ ਲਈ ਇਹ ਭੈ ਡਰਾਉਂਦਾ ਨਹੀਂ ਹੈ, ਇਹ ਅਦਬ ਸਤਿਕਾਰ ਹੈ, ਇੱਕ ਫਖਰ ਮਹਿਸੂਸ ਹੁੰਦਾ ਹੈ। ਇਹਦੇ 'ਚੋਂ ਪਿਆਰ ਜਾਗਦਾ ਹੈ ਤੇ ਸਵਾਰ ਜੀਵਨ ਨੂੰ ਇਹ ਸੰਵਾਰ ਦਿੰਦਾ ਹੈ, ਸੋਚ ਨੂੰ, ਸੁਭਾਅ ਨੂੰ ਸੰਵਾਰ ਦਿੰਦਾ ਹੈ। ਇਹ ਜੋ ਦਾਤ ਹੈ। ਰਹਾਓ, ਇਹ ਪਿਛਲਾ ਪਦਾ ਰਹਾਓ ਦਾ ਸੀ, 2 ਪੰਕਤੀਆਂ। ਸੈਂਟਰਲ ਆਈਡੀਆ ਹੈ ਸ਼ਬਦ ਦਾ। ਭੈ ਤਨ ਅਗਨ ਰੱਖੈ ਭੈ ਨਾਲ। ਜਿਹੜਾ ਭੈ ਹੈ ਨਾ, ਇਹ ਅੰਦਰ ਇੱਕ ਭੈ ਹੈ, ਇੱਕ ਪ੍ਰੇਮ ਹੈ। ਭੈ ਨੂੰ ਅਦਬ ਸਤਿਕਾਰ ਵੀ ਕਹਿ ਸਕਦੇ ਹਾਂ, ਭੈ ਭਾਵਨੀ ਵੀ ਕਹਿੰਦੇ ਹਾਂ, ਇਹਨੂੰ ਨਿਰਮਲ ਭਾਵ ਵੀ ਕਿਹਾ ਜਾਂਦਾ ਹੈ, ਇਹਨੂੰ ਕੌਨਸ਼ੀਅਸਨੈਸ ਵੀ ਕਿਹਾ ਜਾਂਦਾ। ਇਹਦੇ ਨਾਲ ਇਹ ਜਿਹੜਾ ਭੈ ਹੈ ਨਾ, ਅਦਬ ਸਤਿਕਾਰ ਹੈ, ਉਹ ਜਿਹੜਾ ਪ੍ਰੇਮ ਹੈ, ਪ੍ਰੇਮ ਦੇ ਵਿੱਚੋਂ ਇੱਕ ਅਗਨੀ ਨਿਕਲਦੀ, ਉਹ ਅਗਨੀ ਹੈ ਤਾਂਘ, ਇੱਕ ਖਿੱਚ ਆਪਣੇ ਪਿਆਰੇ ਵਾਹਿਗੁਰੂ ਜੀ ਵੱਲ, ਇੱਕ ਖਿੱਚ ਪਿਆਰੇ ਗੁਰੂ ਸਾਹਿਬ ਜੀ ਵੱਲ। ਉਸ ਅਗਨ ਨੂੰ ਕਿਹਾ, ਉਸ ਖਿੱਚ ਨੂੰ ਇੱਥੇ ਅਗਨ ਕਿਹਾ। ਇਹ ਸਰੀਰ ਦੇ ਅੰਦਰ ਉਹ ਜਿਹੜੀ ਖਿੱਚ ਹੈ ਨਾ ਆਪਣੇ ਪਿਆਰੇ ਵਾਹਿਗੁਰੂ ਜੀ ਵੱਲ, ਉਸ ਨੂੰ ਭੈ ਨੇ ਉਸ ਪ੍ਰੇਮ ਦੀ ਖਿੱਚ ਨੂੰ ਭਖਾ ਕੇ ਰੱਖਣਾ। ਆਖੋ ਵਾਹਿਗੁਰੂ। ਬਣਿਆ ਰਹਿਣਾ। ਭੈ ਭਉ ਵਾਹਿਗੁਰੂ। ਭੈ ਭਉ ਘੜੀਐ ਸ਼ਬਦ ਸਵਾਰ। ਇਹ ਅੰਦਰ ਭੈ ਵੀ ਹੋਵੇ, ਅੰਦਰ ਭਉ ਵਾਹਿਗੁਰੂ ਜੀ ਦਾ ਪਿਆਰ ਵੀ ਹੋਵੇ। ਇਹ ਸੋਚ ਤੇ ਸੁਭਾਅ ਖੜਿਆ ਜਾਏਗਾ ਗੁਰੂ ਦੇ ਸ਼ਬਦ ਵਿੱਚੋਂ, ਗੁਰੂ ਦੇ ਉਪਦੇਸ਼ ਵਿੱਚੋਂ ਮੰਨਣ ਦੇ ਨਾਲ। ਇਹਦਾ ਮਤਲਬ 3 ਚੀਜ਼ਾਂ ਜੁੜ ਗਈਆਂ। ਇੱਕ ਆਪਣੇ ਗੁਰੂ ਪ੍ਰਤੀ ਅਦਬ ਸਤਿਕਾਰ, ਭੈ ਭਾਵਨੀ, ਗੁਰੂ ਦਾ ਭੈ। ਇੱਕ ਗੁਰੂ ਦੇ ਨਾਲ ਗੂੜੀ ਪ੍ਰੀਤ, ਫਿਰ ਉਸ ਵਿੱਚੋਂ ਗੁਰੂ ਦੇ ਹੁਕਮ ਮੰਨਣ ਦੀ ਭਾਵਨਾ, ਸੋਚ ਲੈਵਲ ਤੇ, ਸੁਭਾਅ ਲੈਵਲ ਤੇ। ਉਹ ਜਿਹੜੀ ਮੰਨਣ ਦੀ ਭਾਵਨਾ ਹੈ, ਉਹਨੇ ਕਮਾਲ ਦਾ ਸੁਭਾਅ, ਕਮਾਲ ਦੀ ਸੋਚ ਕਰ ਦੇਣੀ। ਵਿਚਾਰ ਬੜੇ ਕਮਾਲ ਦੇ ਹੋਣਗੇ, ਸੋਚ ਬੜੀ ਕਮਾਲ ਦੀ ਹੋਏਗੀ।
ਭੈ ਬਿਨ ਘਾੜਤ ਕੱਚ ਨਿਕੱਚ, ਜੇ ਗੁਰੂ ਦਾ ਭੈ ਨਹੀਂ, ਮੰਨਣ ਦੀ ਭਾਵਨਾ ਨਹੀਂ। ਰੱਬ ਦਾ ਭੈ ਨਹੀਂ, ਰੱਬੀ ਉਪਦੇਸ਼ ਨੂੰ ਸਮਝਣਾ, ਮੰਨਣਾ, ਨਿਜ਼ਮ ਨੂੰ ਸਮਝਣਾ, ਮੰਨਣਾ ਅੰਦਰ ਨਹੀਂ ਆਇਆ, ਤੇ ਜਿਹੜੀ ਸੋਚ ਸੁਭਾਅ ਦੀ ਘਾੜਤ ਹੈ ਨਾ, ਬੜੀ ਕੱਚੀ ਹੈ, ਕੱਚ ਨੇ ਕੱਚ। ਘਟੀਆ ਜਿਹੇ ਵਿਚਾਰ ਨੇ, ਘਟੀਆ ਜੀ ਸੋਚ ਹੈ, ਸੁੰਗੜੀ ਹੋਈ ਸੋਚ ਹੈ, ਸੈਲਫਿਸ਼ ਜੀਵਨ ਹੈ, ਛੋਟਾ ਜਿਹਾ ਦਾਇਰਾ ਹੈ, ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ, ਨਥਿੰਗ ਐਲਸ। ਇਸ ਤੋਂ ਅੱਗੇ ਕੋਈ ਸੋਚ ਨਹੀਂ, ਬੜੀ ਛੋਟੀ ਸੋਚ ਹੈ। ਅੰਧਾ ਸੱਚਾ, ਅੰਧੀ ਸੱਟ, ਅਤੇ ਸੱਚਾ ਸੰਚਾ, ਕੋਠਾਲੀ, ਜਿਹਦੇ 'ਚ ਜਦੋਂ ਸੋਨਾ ਪਿੰਘਲਦਾ ਹੈ, ਉਹ ਕੋਠਾਲੀ 'ਚ ਸੈਂਚੇ 'ਚ ਪਾਇਆ ਜਾਂਦਾ, ਜਾਂ ਲੋਹਾ ਪਿੰਘਲਦਾ ਸੈਂਚੇ 'ਚ ਪਾਇਆ ਜਾਂਦਾ। ਇਹਦੇ ਅੰਦਰ ਜਿਹੋ ਜਿਹੇ ਕਲਚਰ ਵਿੱਚ ਰਿਹਾ ਸੀ, ਉਹ ਸੰਚਾ ਹੈ। ਇਹਦੇ ਘਰ ਦਾ ਮਾਹੌਲ ਜਿਸ ਤਰ੍ਹਾਂ ਦਾ, ਉਹ ਸੰਚਾ ਹੈ। ਉਹਦੇ 'ਚੋਂ ਸੋਚ ਕੱਢਦੀ ਹੈ, ਇਹਦੇ ਜੀਵਨ ਦੇ ਦਾਇਰੇ 'ਚੋਂ ਸੋਚ ਤੇ ਸੁਭਾਅ ਕੱਢਦਾ ਹੈ। ਉਹ ਸੰਚਾ ਵੀ ਜਿਹੜਾ ਅੰਧਾ ਹੈ, ਗੁਰੂ ਦੀ ਨਜ਼ਰ ਵਾਲਾ ਨਹੀਂ, ਵਾਹਿਗੁਰੂ ਦੀ ਨਜ਼ਰ ਵਾਲਾ ਨਹੀਂ। ਤੇ ਉਹਦੇ ਤੇ ਜਿਹੜੀ ਸੱਟ ਲੱਗਦੀ ਹੈ, ਅੰਦਰੋਂ ਹੀ ਜਿਹੜੀ ਪ੍ਰੇਰਨਾ ਉੱਠਦੀ ਹੈ, ਉਹ ਪ੍ਰੇਰਨਾ ਵੀ ਛੋਟੀ ਸੋਚ ਵਾਲੇ ਦੀ ਛੋਟੀ ਪ੍ਰੇਰਨਾ ਹੈ। ਛੋਟੇ ਦਾਇਰੇ ਵਾਲੇ ਦੀ ਪ੍ਰੇਰਨਾ ਵੀ ਛੋਟੀ ਹੈ। ਬੁੱਧੀ ਬਾਜੀ ਉਪਜੈ ਚਾਓ, ਬੁੱਧ ਦੇ ਵਿੱਚੋਂ ਜਿਹੜਾ ਚਾਓ ਉਪਜਦਾ ਹੈ, ਜ਼ਿੰਦਗੀ ਦੀ ਖੇਲ ਉਹਦੇ ਨਾਲ ਚੱਲਦੀ ਹੈ। ਜਿਤਨੀ ਕੁ ਸੋਝੀ ਹੈ, ਜਿਸ ਪਾਸੇ ਦੀ ਸੋਝੀ ਹੈ, ਉਤਨਾ ਕੁ ਚਾਓ ਹੈ, ਤੇ ਉਸੇ ਪਾਸੇ ਦਾ ਹੀ ਚਾਓ ਹੈ। ਜਿਹਨੂੰ ਘਰ ਦਾ ਕਲਚਰ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਨਹੀਂ ਮਿਲਿਆ, ਗੁਰਮਤਿ ਗੁਰਸਿੱਖੀ ਵਾਲਾ ਨਹੀਂ ਮਿਲਿਆ, ਉਹਦੇ ਅੰਦਰ ਗੁਰੂ ਦੇ ਪੰਥ ਲਈ ਕੁਝ ਕਰਨਾ, ਗੁਰੂ ਦੀ ਗੁਰਸਿੱਖੀ ਲਈ ਕੁਝ ਕਰਨਾ, ਉਹ ਚਾਓ ਵੀ ਨਹੀਂ ਉਪਜਿਆ। ਜਿਹਨੂੰ ਇਹ ਬਚਪਨ ਤੋਂ ਮਾਹੌਲ ਮਿਲਿਆ, ਟੀਨੇਜ ਤੋਂ ਮਾਹੌਲ ਮਿਲਿਆ, ਜਵਾਨੀ ਤੋਂ ਮਾਹੌਲ ਮਿਲਿਆ, ਉਹਦੇ ਰੋਮ ਰੋਮ ਵਿੱਚ ਵਸ ਗਿਆ, ਉਹਦਾ ਚਾਓ ਵੀ ਉਸ ਤਰ੍ਹਾਂ ਦਾ ਬਣ ਗਿਆ। ਇਸ ਲਈ ਬੁੱਧੀ ਦੇ ਅੰਦਰ ਉਪਜਿਆ ਹੋਇਆ ਚਾਓ, ਇਹਦੇ ਨਾਲ ਹੀ ਜ਼ਿੰਦਗੀ ਦੀ ਸਾਰੀ ਖੇਡ ਚੱਲ ਰਹੀ ਹੈ। ਸਹਿਸ ਸਿਆਣਪ ਪਵੈ ਨਾ ਤਾਓ, ਜਿਹੜੀਆਂ ਦੁਨੀਆ ਦੀਆਂ ਚੁਸਤ ਚਲਾਕੀਆਂ ਨੇ, ਦੁਨੀਆ ਦੀ ਸਿਆਣਪ ਹੈ, ਇਹਦੇ ਨਾਲ ਜੀਵਨ ਨੂੰ ਘੜਨ ਵਾਸਤੇ ਇੱਕ ਤਾਓ ਹੀ ਨਹੀਂ ਮਿਲਦਾ। ਜਿਵੇਂ ਸੋਨੇ ਨੂੰ, ਲੋਹੇ ਨੂੰ ਘੜਨ ਵਾਸਤੇ ਪਹਿਲਾਂ ਸੇਕ ਮਿਲਣਾ ਚਾਹੀਦਾ, ਸੇਕ ਲੱਗਦਾ ਹੈ, ਫਿਰ ਉਹ ਢਲਦਾ ਹੈ। ਮਨ ਦੇ ਪਿੱਛੇ ਲੱਗਣ ਵਾਲੇ ਦੇ ਅੰਦਰ ਇਹ ਹੁੰਦਾ ਹੀ ਨਹੀਂ। ਨਾਨਕ ਮਨਮੁਖ ਬੋਲਣ ਵਾਓ, ਇਹ ਨਾਨਕ ਜੀ, ਜੋ ਮਨਮੁਖ ਸੁਭਾਅ ਹੈ, ਆਪਣੇ ਸੁਭਾਅ ਦੇ ਪਿੱਛੇ ਲੱਗਣਾ, ਆਪਣੀ ਸੋਚ ਨੂੰ ਪਰਫੈਕਟ ਮੰਨਣਾ, ਆਪਣੇ ਸੁਭਾਅ ਨੂੰ ਹੀ ਸਭ ਕੁਝ ਮੰਨ ਕੇ ਆਪਣੇ ਮਨ ਦੇ ਪਿੱਛੇ ਲੱਗ ਕੇ ਫੈਸਲੇ ਲੈਣੇ, ਉਹਦਾ ਬੋਲਣਾ ਐਵੇਂ ਹਵਾ ਹੈ। ਉਹਦਾ ਬੋਲਣਾ ਕੋਈ ਕ੍ਰਾਂਤੀ ਨਹੀਂ ਲਿਆ ਸਕਦਾ, ਤਬਦੀਲੀ ਨਹੀਂ ਲਿਆ ਸਕਦਾ। ਉਹ ਬੋਲਣਾ ਨਾ ਤਾਂ ਘਰ ਵਿੱਚ ਤਬਦੀਲੀ ਲਿਆਵੇ, ਨਾ ਬੱਚਿਆਂ ਵਿੱਚ ਕੋਈ ਤਬਦੀਲੀ ਆਵੇ, ਨਾ ਬਾਹਰ ਆਵੇ। ਸਿੱਖ ਨੂੰ ਕ੍ਰਾਂਤੀਕਾਰੀ ਬਣਾਇਆ ਸੀ। ਸਿੱਖ ਦੇ ਬੋਲਾਂ ਵਿੱਚੋਂ ਤਬਦੀਲੀ ਆਉਂਦੀ ਹੈ। ਅੰਧਾ ਅੱਖਰ ਵਾਓ ਦੁਆਓ, ਜਿਹੜਾ ਮਨ ਅੰਧਾ ਹੈ, ਉਹਦਾ ਗਿਆਨ ਵੀ ਅੰਧਾ ਹੈ। ਆਖੋ ਵਾਹਿਗੁਰੂ। ਅੰਦਰੋਂ ਗਿਆਨ ਹੋਛਾ ਹੈ, ਸੋਝੀ ਹੋਛੀ ਹੈ, ਉਹਦੇ ਬੋਲ ਕੇਵਲ ਹਵਾ ਹੈ, ਕਿਸੇ ਤੇ ਪ੍ਰਭਾਵ ਨਹੀਂ ਪਾ ਸਕਣਗੇ। ਨਾ ਉਹ ਬੋਲ ਘਰ ਦੇ ਮੈਂਬਰਾਂ ਤੇ ਅਸਰ ਪਾਉਂਦੇ ਨੇ, ਨਾ ਉਹ ਬੋਲ ਬੱਚਿਆਂ ਤੇ ਅਸਰ ਪਾਉਂਦੇ ਨੇ। ਕਿਉਂ? ਕਿਉਂਕਿ ਅੰਧਾ ਗਿਆਨ ਹੈ। ਇਹ ਗੱਲ ਵੱਖਰੀ ਹੈ। ਮਨਮੁਖ ਨੂੰ ਆਪਣਾ ਗਿਆਨ ਬਹੁਤ ਵੱਡਾ ਲੱਗਦਾ ਹੈ, ਉਹਨੂੰ ਆਪਣੀ ਸੋਚ ਬੜੀ ਕਮਾਲ ਦੀ ਲੱਗਦੀ ਹੈ, ਪਰ ਵਾਸਤਵਿਕ ਵਿੱਚ ਉਹ ਅੰਦਰੋਂ ਖਾਲੀ ਹੁੰਦਾ ਹੈ। ਗੌੜੀ ਮਹੱਲਾ ਪਹਿਲਾ, ਇਹ ਗੌੜੀ ਰਾਗ ਦਾ ਦੂਸਰਾ ਚੁੱਪ ਦਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਡਰ ਘਰ, ਘਰ ਡਰ, ਡਰ ਡਰ ਜਾਏ। ਇੱਕ ਨਿਜ਼ਮ ਹੈ ਸਾਡੇ ਅੰਦਰ। ਜੇ ਰੱਬ ਦਾ ਭੈ ਹੈ, ਗੁਰੂ ਦਾ ਭੈ ਹੈ, ਫਿਰ ਇਸ ਡਰ ਦੇ ਵਿੱਚ, ਇਸ ਭੈ ਅਦਬ ਸਤਿਕਾਰ ਦੇ ਵਿੱਚ,
ਇਸ ਨੂੰ ਕਾਇਮ ਰੱਖਦਾ ਹੈ, ਡਰ ਜਾਏ। ਇਹ ਭੈ ਅਦਬ ਦੇ ਵਿੱਚ ਹੀ ਜ਼ਿੰਦਗੀ ਤੁਰਦੀ ਹੈ। ਅਗਰ ਕਿਸੇ ਦੇ ਅੰਦਰ ਦੁਨਿਆਵੀ ਭੈ ਹੈ, ਮੇਰੇ ਕੋਲ ਪੈਸਾ ਕਿਉਂ ਘੱਟ ਕਿਉਂ ਹੈ, ਇੱਕ ਡਰ ਹੈ ਮੈਂ ਦੂਜਿਆਂ ਵਾਂਗੂ ਅਮੀਰ ਕਿਉਂ ਨਹੀਂ, ਇੱਕ ਡਰ ਹੈ ਮੇਰੇ ਕੋਲ ਉਹਨਾਂ ਵਰਗੀ ਪ੍ਰਾਪਰਟੀ ਕਿਉਂ ਨਹੀਂ, ਉਹਨਾਂ ਵਰਗਾ ਸਟੇਟਸ ਕਿਉਂ ਨਹੀਂ। ਇਹ ਡਰ ਚਿੰਤਾ ਦੇ ਰੂਪ ਵਿੱਚ ਹੁੰਦਾ, ਆਖੋ ਵਾਹਿਗੁਰੂ, ਅੰਦਰੋਂ ਅੰਦਰ ਹੀ ਉਹਨੂੰ ਖਾਂਦਾ ਹੈ। ਫਿਰ ਇਸ ਡਰ ਨੂੰ ਪੂਰਾ ਕਰਨ ਵਾਸਤੇ ਤੁਰਦਾ ਹੈ, ਪੈਸਾ ਕਮਾਉਂਦਾ ਹੈ, ਪ੍ਰਾਪਰਟੀ ਬਣਾਉਂਦਾ ਹੈ। ਇੱਕ ਐਸੀ ਤਾਣੀ ਉਲਝਾ ਲੈਂਦਾ ਹੈ, ਜਿਹੜੀ ਆਪਣੀ ਹੀ ਬੁਣੀ ਹੋਈ ਤਾਣੀ ਹੈ, ਸੋਚਾਂ ਦੀ, ਵਿਚਾਰਾਂ ਦੀ, ਜਜ਼ਬਿਆਂ ਦੀ, ਆਪਣੇ ਜੀਵਨ ਦੇ ਸਕੈਜੂਅਲ ਦੀ। ਉਸ ਤਾਣੀ ਵਿੱਚ ਉਲਝ ਜਾਂਦਾ ਹੈ, ਉਲਝੇ ਹੋਏ ਨੂੰ ਕੋਈ ਰਾਹ ਨਹੀਂ ਮਿਲਦਾ ਨਿਕਲਣ ਨੂੰ। ਸੋ ਡਰ ਕੇਹਾ ਜਿਤ ਡਰ ਪਾਏ। ਰੱਬ ਦੇ ਭੈ ਵਿੱਚ, ਗੁਰੂ ਦੇ ਭੈ ਵਿੱਚ ਤੁਰਦਿਆਂ ਬਾਕੀ ਸਾਰੇ ਭੈ ਖਤਮ ਹੋ ਜਾਂਦੇ ਨੇ। ਪਰ ਉਹ ਡਰ ਕੈਸਾ ਹੈ ਜਿਹਦੇ ਵਿੱਚ ਨਵੇਂ ਡਰ ਪੈਦਾ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਉਹਦੇ ਅੰਦਰ ਇੱਕ ਚਿੰਤਾ ਸੀ। ਚਿੰਤਾ ਇੱਕ ਡਰ ਹੈ ਕਿ ਮੈਂ ਦੂਜਿਆਂ ਵਾਂਗੂ ਅਮੀਰ ਕਿਉਂ ਨਹੀਂ, ਮੇਰੇ ਕੋਲ ਦੂਜਿਆਂ ਵਾਂਗੂ ਪ੍ਰਾਪਰਟੀ ਕਿਉਂ ਨਹੀਂ। ਇੱਕ ਡਰ ਸੀ, ਪੈਦਾ ਕਰਨੀ ਸ਼ੁਰੂ ਕੀਤੀ, ਪੈਸਾ ਕਮਾਇਆ, ਪ੍ਰਾਪਰਟੀ ਬਣਾਈ, ਸਾਰੀ ਜ਼ਿੰਦਗੀ ਲਾਤੀ। ਉਸ ਉਲਝਣ ਤਾਣੀ 'ਚੋਂ ਨਵੇਂ ਡਰ ਪੈਦਾ ਹੋ ਗਏ। ਉਸ ਅਮੀਰੀ ਨੂੰ ਮੇਨਟੇਨ ਰੱਖਣ ਦੇ, ਉਸ ਪ੍ਰਾਪਰਟੀ ਨੂੰ ਮੇਨਟੇਨ ਰੱਖਣ ਦੇ, ਕਿਤੇ ਘਟ ਨਾ ਜਾਵੇ, ਖੁਰ ਨਾ ਜਾਵੇ, ਬਾਜੀ ਪੁੱਠੀ ਨਾ ਪੈ ਜਾਵੇ, ਕਿਤੇ ਕਰਜ਼ਾ ਨਾ ਚੜ ਜਾਵੇ। ਜਿਉਂ-ਜਿਉਂ ਅੱਗੇ ਵੱਧਦਾ ਹੈ, ਉਹਦੇ ਡਰ ਵੱਧਦੇ ਤੁਰੇ ਜਾਂਦੇ ਨੇ। ਗੁਰੂ ਵਾਲੇ ਪਾਸੇ ਤੁਰਨ ਵਾਸਤੇ ਉਹਦੇ ਖਿਆਲ ਹੀ ਨਹੀਂ ਉਪਜਦਾ, ਰੱਬੀ ਮਾਰਗ ਤੇ ਪਾਸੇ ਤੁਰਨ ਦਾ ਖਿਆਲ ਹੀ ਨਹੀਂ ਉਪਜਦਾ। ਤੁਧ ਬਿਨ ਦੂਜੀ ਨਾ ਹੀ ਜਾਏ। ਇਹ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਕੋਈ ਹੋਰ ਥਾਂ ਨਹੀਂ। ਜਾਏ ਹੁੰਦਾ ਥਾਂ, ਦੂਜੀ ਥਾਂ ਕੋਈ ਹੈ ਹੀ ਨਹੀਂ। ਇੱਕੋ ਇੱਕ ਜ਼ਿੰਦਗੀ ਨੂੰ ਸਫਲ ਕਰਨ ਦਾ, ਆਪਣੀ ਜੀਵਨ ਦੀ ਤਾਣੀ ਨੂੰ ਸੁਲਝਾਉਣ ਦਾ, ਆਪਣੇ ਅੰਦਰ ਆਨੰਦ ਮਾਣਨ ਦਾ ਇੱਕੋ ਇੱਕ ਰਸਤਾ ਤੁਸੀਂ ਹੋ ਵਾਹਿਗੁਰੂ ਜੀ। ਤੁਹਾਡੇ ਤੋਂ ਬਿਨਾਂ ਕੋਈ ਥਾਂ ਨਹੀਂ। ਜੋ ਕਿਛ ਵਰਤੈ ਸਭ ਤੇਰੀ ਰਜ਼ਾਏ। ਵਾਹਿਗੁਰੂ ਜੀ, ਤੇਰੇ ਨਿਜ਼ਮ ਵਿੱਚ ਸਭ ਕੁਝ ਵਰਤ ਰਿਹਾ। ਤੇਰੇ ਨਿਜ਼ਮ ਤੋਂ ਕੋਈ ਬਾਹਰ ਜਾ ਹੀ ਨਹੀਂ ਸਕਦਾ। ਡਰੀਐ ਜੇ ਡਰ ਹੋਵੈ ਹੋਰ। ਹੁਣ ਜਦੋਂ ਵਾਹਿਗੁਰੂ ਜੀ ਦੇ ਮਾਰਗ ਤੇ ਤੁਰੇ, ਵਾਹਿਗੁਰੂ ਜੀ ਦਾ ਭੈ ਅੰਦਰ ਜਾਗਿਆ, ਜਿਹਨੂੰ ਅਦਬ ਸਤਿਕਾਰ ਕਹਿੰਦੇ ਆ, ਗੁਰੂ ਦਾ ਭੈ ਜਾਗਿਆ। ਅਸਲੀ ਅਦਬ ਸਤਿਕਾਰ ਗੁਰੂ ਦਾ ਹੁਕਮ ਮੰਨਣਾ ਹੈ। ਫਿਰ ਉਹਦੇ ਅੰਦਰੋਂ ਡਰ ਚੁੱਕਿਆ ਜਾਂਦਾ, ਕਿਉਂਕਿ ਉਹਨੂੰ ਪਤਾ ਲੱਗਦਾ ਹੋਰ ਡਰ ਕੋਈ ਹੈ ਹੀ ਨਹੀਂ। ਐਵੇਂ ਮਨ ਦੇ ਸ਼ੋਰ ਨੇ, ਡਰਨਾ ਮਨ ਕਾ ਸ਼ੋਰ। ਹੁਣ ਇਹ ਤੇ ਗੱਲ ਨਿਖਰ ਗਈ ਜਿਹੜੀ ਜਪਜੀ ਸਾਹਿਬ ਵਿੱਚ ਕਹੀ ਸੀ, ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਅੰਦਰ ਜਿਹੜਾ ਰਾਜ ਮਾਲ ਸ਼ੋਰ ਚੱਲਦਾ ਨਾ ਮਨ ਦਾ, ਇਹੀ ਤੇਰੇ ਅੰਦਰ ਡਰ ਪੈਦਾ ਕਰਦਾ। ਆਖੋ ਵਾਹਿਗੁਰੂ। ਜਿੰਨੀ ਦੁਨਿਆਵੀ ਖਿੱਚ ਹੋਏਗੀ ਦੁਨਿਆਵੀ ਪ੍ਰਾਪਤੀਆਂ ਦੀ, ਉਹ ਖਿੱਚ ਸ਼ੁਰੂ 'ਚ ਤ੍ਰਿਸ਼ਨਾ ਹੋਏਗੀ, ਫਿਰ ਲੋਭ ਬਣੇਗੀ, ਜੀਵਨ ਨੂੰ ਸੈਲਫਿਸ਼ ਬਣਾ ਦੇਗੀ। ਪਰਉਪਕਾਰ ਕਰਨਾ, ਪਰਉਪਕਾਰ ਬਾਰੇ ਸੋਚਣਾ, ਇਹਦੇ ਅੰਦਰ ਇੱਕ ਡਰ ਪੈਦਾ ਹੋ ਜਾਏਗਾ, ਨਹੀਂ ਮੈਥੋਂ ਨਹੀਂ ਹੋਣਾ, ਮੈਥੋਂ ਨਹੀਂ ਨਿਭਣਾ। ਕਿਉਂ? ਉਲਝਣ ਤਾਣੀ ਵਿੱਚ ਉਲਝ ਗਿਆ। ਉਸ ਡਰ ਕੇ ਮਨ ਦਾ ਸ਼ੋਰ ਹੋਰ ਵਧਾਈ ਜਾਏਗਾ, ਹੋਰ ਫਸਦਾ ਜਾਏਗਾ। ਸਤਿਗੁਰੂ ਜੀ ਕਹਿੰਦੇ ਇਹ ਡਰ ਸਹੇੜਨਾ ਹੀ ਕਿਉਂ ਹੈ। ਆਖੋ ਵਾਹਿਗੁਰੂ। ਰਹਾਓ। ਇਹ ਤੱਤ ਸਿਧਾਂਤ ਹੈ, ਸੈਂਟਰਲ ਆਈਡੀਆ ਸੀ ਇਸ ਸ਼ਬਦ ਦਾ। ਨਾ ਜੀਓ ਮਰੈ ਨਾ ਡੁੱਬੈ ਤਰੈ। ਇਥੇ ਜੀਓ ਆਤਮਿਕ ਜੀਵਨ, ਗੁਰੂ ਦਾ ਵਰਸਾਇਆ ਹੋਇਆ ਜੀਵਨ, ਵਾਹਿਗੁਰੂ ਜੀ ਦੀ ਬਖਸ਼ਿਸ਼ ਵਾਲਾ ਜੀਵਨ। ਉਹ ਜੀਵਨ ਦੁਨੀਆ ਨਾਲੋਂ ਵੱਖਰੇ ਜਜ਼ਬਿਆਂ ਵਾਲਾ ਜੀਵਨ ਹੈ। ਉਹ ਜੀਵਨ ਦੁਨੀਆ ਨਾਲੋਂ ਵੱਖਰੀ ਕਿਸਮ ਦੇ ਮਾਰਗ ਤੇ ਤੁਰਨ ਦਾ ਜੀਵਨ ਹੈ। ਉਧਰ ਖਿੱਚ ਦੁਨੀਆ ਨਾਲੋਂ ਇੱਕ ਵੱਖਰੀ ਕਿਸਮ ਦੀ ਹੈ। ਆਤਮਿਕ ਜੀਵਨ ਦੇ ਵਿੱਚ ਪਰਉਪਕਾਰ ਕਰਨ ਦੀ ਇੱਕ ਹੁੱਬ ਹੁੰਦੀ ਹੈ। ਆਪਾ ਵਾਰਨ ਦੀ ਇੱਕ ਤਾਂਘ, ਇੱਕ ਜਜ਼ਬਾ ਹੁੰਦਾ ਹੈ। ਆਪਣੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣ ਦਾ ਇੱਕ ਜਨੂਨ ਹੁੰਦਾ ਹੈ। ਉਹਦੇ ਅੰਦਰ ਇੱਕ ਲਗਨ ਹੁੰਦੀ ਹੈ। ਇਹ ਨਾ ਮਰੈ
ਨਾ ਡੁੱਬੈ। ਇੱਥੇ ਨਾ ਸ਼ਬਦ ਜਿਹੜਾ ਨਾ ਨੰਨਾ ਦੇਲੀ ਦੀਪਕ ਇਹਨੂੰ ਕਹਿੰਦੇ ਨੇ। ਦੇਲੀ ਦੀਪਕ ਹੁੰਦਾ ਹੈ ਦੋ ਕਮਰਿਆਂ ਦੇ ਵਿਚਕਾਰ ਇੱਕ ਦਰਵਾਜ਼ਾ ਹੈ। ਉਸ ਦਰਵਾਜ਼ੇ 'ਚ ਰੱਖ ਦਿੱਤਾ, ਉਹ ਦਰਵਾਜ਼ੇ 'ਚੋਂ ਪਿਆ ਦੀਵਾ ਉੱਧਰ ਵੀ ਚਾਨਣ ਕਰਦਾ ਹੈ, ਉੱਧਰਲੇ ਕਮਰੇ 'ਚ ਵੀ ਚਾਨਣ ਕਰਦਾ, ਉਹਨੂੰ ਦੇਲੀ ਦੀਪਕ ਕਹਿੰਦੇ ਨੇ। ਦੇਲੀ ਤੇ ਰੱਖਿਆ ਹੋਇਆ ਦੀਵਾ। ਇਸੇ ਤਰ੍ਹਾਂ ਦੇਲੀ ਦੀਪਕ ਸ਼ਬਦ ਵਰਤੇ ਜਾਂਦੇ ਨੇ। ਇਹ ਨੰਨੇ ਦਾ ਸੰਬੰਧ ਡੁੱਬੈ ਨਾਲ ਵੀ ਹੈ ਤੇ ਮਰੈ ਨਾਲ ਵੀ ਹੈ। ਉਹ ਆਤਮਿਕ ਜੀਵਨ ਨਾ ਮਰਦਾ ਹੈ, ਨਾ ਡੁੱਬਦਾ ਹੈ। ਤਰਾ ਹੈ। ਉਹਨੂੰ ਆਪਣੇ ਆਪ ਨੂੰ ਮੈਨੇਜ ਕਰਨਾ ਆ ਜਾਂਦਾ ਹੈ। ਜਿਹੜੇ ਪਰਉਪਕਾਰ ਕਰਦੇ ਨੇ, ਕੀ ਉਹਨਾਂ ਦੀਆਂ ਪਰਿਵਾਰਕ ਲੋੜਾਂ ਨਹੀਂ? ਕੀ ਉਹਨਾਂ ਦੇ ਜੀਵਨ ਵਿੱਚ ਪਰਿਵਾਰਕ ਕ੍ਰਾਈਸਿਸ ਨਹੀਂ ਆਉਂਦੇ? ਕੀ ਉਹਨਾਂ ਦੀ ਜ਼ਿੰਦਗੀ 'ਚ ਰੁਕਾਵਟਾਂ, ਵਿਘਨ, ਚਿੰਤਾ ਦੇ ਹਾਲਾਤ ਨਹੀਂ ਆਉਂਦੇ? ਆਉਂਦੇ ਨੇ। ਪਰ ਉਹ ਆਪਣੇ ਆਪ ਨੂੰ ਮੈਨੇਜ ਕਰਦੇ ਨੇ। ਉਹ ਕਹਿੰਦੇ ਨੇ ਗੁਰੂ ਦੀ ਬਖਸ਼ਿਸ਼ ਪਹਿਲਾਂ, ਬਾਕੀ ਗੱਲਾਂ ਬਾਅਦ 'ਚ। ਗੁਰੂ ਦਾ ਮਿਸ਼ਨ ਪਹਿਲਾਂ, ਬਾਕੀ ਗੱਲਾਂ ਸੈਕਿੰਡ, ਥਰਡ, ਲਾਸਟ ਆਪਸ਼ਨ ਤੇ ਹੋ ਸਕਦੀਆਂ। ਉਹ ਗੁਰੂ ਦੇ ਪਰਉਪਕਾਰ ਦੇ ਮਾਰਗ ਤੇ ਤੁਰਨ ਲਈ ਪਰਿਵਾਰਕ ਘਾਟਾ ਚੱਲਣਾ ਪਵੇ, ਉਹਨੂੰ ਰਜ਼ਾ ਸਮਝਦੇ ਨੇ, ਸ਼ੁਕਰ ਸਮਝਦੇ ਨੇ, ਵਾਹਿਗੁਰੂ ਜੀ ਦੀ ਰਹਿਮਤ ਸਮਝਦੇ ਨੇ। ਉਹਨਾਂ ਨੂੰ ਪਤਾ ਹੈ ਜਿਨ ਕਿਛ ਕੀਆ ਸੋ ਕਿਛ ਕਰੈ। ਵਾਹਿਗੁਰੂ ਸੱਚੇ ਪਾਤਸ਼ਾਹ ਦਾ ਇੱਕ ਨਿਜ਼ਮ ਹੈ। ਉਹਦੇ ਨਿਜ਼ਮ ਵਿੱਚ ਜੋ ਹੁੰਦਾ ਹੈ ਉਹੀ ਵਾਪਰਦਾ ਹੈ। ਉਹਦੇ ਤੇ ਕਿਸੇ ਦਾ ਜ਼ੋਰ ਨਹੀਂ ਹੁੰਦਾ। ਇੱਥੇ ਇੱਕ ਛੋਟਾ ਜਿਹਾ ਨੁਕਤਾ ਯਾਦ ਰੱਖਿਓ। ਜੇ ਤੁਹਾਡੇ ਮਨਾਂ ਵਿੱਚ ਇਹ ਜੋ ਅਰਥਾਂ ਸਮੇਤ ਸਹਿਜ ਪਾਠ ਹੈ, ਤੁੱਛ ਜੀ ਬੁੱਧੀ ਅਨੁਸਾਰ ਗੁਰੂ ਪਾਤਸ਼ਾਹ ਦੀਆਂ ਜੋ ਸਿੱਖਿਆਵਾਂ ਨੇ, ਇਹ ਖਜ਼ਾਨਾ ਲੈ ਕੇ ਤੁਹਾਡੇ ਘਰ ਪਹੁੰਚਦਾ ਹਾਂ। ਭਾਵੇਂ ਮੈਂ ਤੁਹਾਨੂੰ ਦੇਖ ਨਹੀਂ ਪਾਉਂਦਾ, ਪਰ ਨਿੱਤ ਤੁਹਾਡੇ ਤੱਕ ਇਹ ਵੰਡਦਾ ਹਾਂ। ਇੱਕ ਇੱਛਾ ਹੈ, ਹਰ ਸਿੱਖ ਪਰਉਪਕਾਰੀ ਬਣੇ, ਕੌਮ ਦੀ ਚੜ੍ਹਦੀ ਕਲਾ ਲਈ ਕੋਈ ਨਾ ਕੋਈ ਪਰਉਪਕਾਰ ਕਰੇ, ਆਪਣੀ ਕਮਾਈ ਦਾ 10ਵਾਂ ਹਿੱਸਾ ਉੱਥੇ ਖਰਚ ਕਰੇ ਜਿਸ ਨਾਲ ਜਿਹੜੇ ਗੁਰਬਾਣੀ ਤੋਂ ਟੁੱਟੇ ਨੇ, ਸਿੱਖੀ ਤੋਂ ਟੁੱਟੇ ਨੇ, ਗੁਰਮਤ ਤੋਂ ਟੁੱਟੇ ਨੇ, ਉਹ ਗੁਰਬਾਣੀ, ਗੁਰਸਿੱਖੀ, ਗੁਰਮਤ ਨਾਲ ਜੁੜ ਸਕਣ। ਆਪਣੀ ਕਮਾਈ ਦਾ 10ਵਾਂ ਹਿੱਸਾ ਉੱਥੇ ਖਰਚ ਕਰੋ ਜਿੱਥੇ ਸਿੱਖੀ ਪ੍ਰਚਾਰ ਵੀ ਹੋਵੇ, ਸਮਾਜ ਦਾ ਭਲਾ ਵੀ ਹੋਵੇ, ਕੌਮ ਦਾ ਭਲਾ ਵੀ ਹੋਵੇ। ਇਹਨੂੰ ਅਕਲਿੰਗ ਕੀਚਾ ਦਾਨ ਕਿਹਾ। ਮੈਨੂੰ ਪਤਾ ਹੈ ਪ੍ਰੇਰਨਾ ਦੇ ਮਿੱਠੇ ਮਿੱਠੇ ਹਲੂਣੇ ਤੁਹਾਨੂੰ ਮਿਲ ਰਹੇ ਨੇ, ਜਿਹੜੇ ਕਰਨਾ ਚਾਹੁੰਦੇ ਨੇ ਪਰਉਪਕਾਰ। ਉਹਨਾਂ ਲਈ ਮੈਂ ਇੱਕ ਨੁਕਤਾ ਦੱਸ ਦੇਵਾਂ। ਜ਼ਿੰਦਗੀ 'ਚ ਉਤਰਾਅ ਚੜਾਅ, ਵਿਘਨ, ਮੁਸ਼ਕਿਲਾਂ, ਰੁਕਾਵਟ ਤਾਂ ਹਰ ਖੇਤਰ ਵਿੱਚ ਆਉਣਗੀਆਂ। ਤੁਸੀਂ ਗੁਰੂ ਪਰਉਪਕਾਰ ਲਈ ਕੁਛ ਨਹੀਂ ਕਰਦੇ, ਨਾ ਕਰੋ, ਵਿਘਨ ਫਿਰ ਵੀ ਆਉਣਗੇ, ਰੁਕਾਵਟਾਂ ਤਾਂ ਆਉਂਦੀਆਂ ਰਹਿਣਗੀਆਂ। ਪਰ ਇਹ ਗੱਲ ਯਾਦ ਰੱਖਿਓ, ਰੁਕਾਵਟਾਂ ਆਉਂਦੀਆਂ ਨੇ, ਚਲੀਆਂ ਜਾਂਦੀਆਂ ਨੇ, ਸਦਾ ਨਹੀਂ ਰਹਿੰਦੀਆਂ ਹੁੰਦੀਆਂ। ਵਿਘਨ ਸਦਾ ਨਹੀਂ ਰਹਿੰਦੇ ਹੁੰਦੇ। ਆਉਂਦੇ ਨੇ, ਹੁਲਾਰੇ ਨੇ, ਹਲੂਣੇ ਨੇ, ਝੱਖੜ ਨੇ, ਨਿਕਲ ਜਾਂਦੇ ਨੇ। ਜਿੱਡਾ ਮਰਜ਼ੀ ਝੱਖੜ ਹੋਵੇ, ਨਿਕਲ ਜਾਂਦਾ ਹੈ। ਜਿੱਡੀ ਮਰਜ਼ੀ ਰੁਕਾਵਟ ਹੋਵੇ, ਨਿਕਲ ਜਾਂਦੀ ਹੈ। ਜੇ ਤੁਸੀਂ ਬਿਜ਼ਨਸ ਦੇ ਮਾਮਲੇ 'ਚ ਰੁਕਾਵਟ ਆ ਗਈ ਨਾ, ਹੋ ਸਕਦਾ ਰੁਕਾਵਟ ਤੁਹਾਨੂੰ ਲੈ ਬੈਠੇ ਉੱਥੇ ਹੀ। ਪਰ ਪਰਉਪਕਾਰ ਦੇ ਮਾਮਲੇ 'ਤੇ ਰੁਕਾਵਟ ਆਏਗੀ ਨਾ, ਉਸ ਤੋਂ ਬਾਅਦ ਨਵਾਂ ਰਾਹ ਖੋਲ੍ਹੇਗੀ। ਆਖੋ ਵਾਹਿਗੁਰੂ। ਗੁਰੂ ਦੀਆਂ ਖੁਸ਼ੀਆਂ ਖੋਲ੍ਹੇਗੀ। ਉਹ ਇੱਕ ਕੁਰਬਾਨੀ ਬਣੇਗੀ। ਜਿਹੜਾ ਪਰਉਪਕਾਰੀ ਵੱਡੇ ਵੱਡੇ ਵਿਘਨ, ਰੁਕਾਵਟਾਂ ਵਿੱਚੋਂ ਦੀ ਨਿਕਲ ਕੇ ਵਿਘਨ ਪਰਉਪਕਾਰ ਦਾ ਮਾਰਗ ਨਹੀਂ ਛੱਡਦਾ, ਉਹਦੇ ਜੀਵਨ 'ਤੇ ਆਏ ਹੋਏ ਦੁੱਖਾਂ ਨੂੰ ਲੋਕ ਜਦੋਂ ਪੜ੍ਹਦੇ ਨੇ, ਉਹਨੂੰ ਕੁਰਬਾਨੀਆਂ ਕਹਿੰਦੇ ਨੇ। ਆਖੋ ਵਾਹਿਗੁਰੂ। ਸਾਡੀ ਸਮਝ ਪਵੇਗੀ ਜੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਸੋਚ ਸੁਭਾਅ 'ਤੇ ਲਾਗੂ ਕਰਕੇ ਇਸ ਸੋਚ ਤੇ ਸੁਭਾਅ ਨੂੰ ਪੜ੍ਹਨਾ ਸਿੱਖ ਜਾਈਏ। ਆਖੋ ਵਾਹਿਗੁਰੂ। ਜਾਣਨਾ ਸਿੱਖ ਜਾਈਏ, ਬੁੱਝਣਾ ਸਿੱਖ ਜਾਈਏ। ਉਹੀ ਕੁਛ ਹੁੰਦਾ ਹੈ ਜੋ ਰੱਬ ਦੇ ਨਿਜ਼ਮ ਵਿੱਚ ਵਾਪਰਨਾ ਹੈ। ਹੁਕਮੇ ਆਵੈ ਹੁਕਮੇ ਜਾਏ, ਉਹਦਾ ਨਿਜ਼ਮ ਹੈ। ਉਸ ਨਿਜ਼ਮ ਵਿੱਚ ਮਨ ਕਿੱਧਰ ਨੂੰ ਜਾਂਦਾ ਹੈ, ਮਨ ਕਿੱਧਰੋਂ ਵਾਪਸ ਆਉਂਦਾ ਹੈ, ਇਹ ਸਭ ਕੁਛ ਗੁਰੂ ਦੇ ਉਪਦੇਸ਼ਾਂ ਤੋਂ ਸਿੱਖਣਾ ਹੈ। ਆਗਿਆ ਪਾਛੈ ਹੁਕਮ ਸਮਾਏ। ਇੱਥੇ ਆਗਿਆ ਪਾਛੈ ਦੇ ਅਰਥ ਜ਼ਿੰਦਗੀ ਦੇ ਬਾਹਰ ਵੀ, ਜ਼ਿੰਦਗੀ ਦੇ ਅੰਦਰ ਵੀ। ਜਿਨ੍ਹਾਂ ਨੂੰ ਉਹਦੇ ਨਿਜ਼ਮ ਦੀ ਸਮਝ ਲੱਗ ਗਈ, ਗੁਰੂ ਦੇ ਉਪਦੇਸ਼ਾਂ ਨਾਲ ਪਿਆਰ ਪੈ ਗਿਆ, ਉਹ ਉਹਦੇ ਨਿਜ਼ਮ ਵਿੱਚ ਸਮਾਏ ਰਹਿੰਦੇ ਨੇ। ਆਖੋ ਵਾਹਿਗੁਰੂ। ਉਹਦਾ ਨਿਜ਼ਮ, ਉਹਦਾ ਸੱਚਾ ਗਿਆਨ ਹੈ, ਸੱਚੇ ਗਿਆਨ ਵਿੱਚ ਸਮਾਏ ਰਹਿੰਦੇ ਨੇ। ਸੱਚਾ ਗਿਆਨ, ਗਿਆਨ ਰੂਪੀ ਨਾਮ ਹੈ। ਗਿਆਨ ਰੂਪੀ ਨਾਮ ਗੁਰੂ ਦੇ ਉਪਦੇਸ਼ ਨੇ, ਉਹ ਉਪਦੇਸ਼ ਵਿੱਚ ਸਮਾਏ ਰਹਿੰਦੇ ਨੇ। ਫਿਰ ਸਮਝ ਪੈਂਦੀ ਜੋ ਅੰਦਰ ਚੱਲ ਰਿਹਾ, ਜਿਹੜਾ ਪਰਉਪਕਾਰ ਦੇ ਮਾਰਗ ਤੇ ਤੁਰਨ ਨਹੀਂ ਦੇ ਰਿਹਾ, ਕਮਜ਼ੋਰੀ ਕੀ ਹੈ, ਸਾਡੀ ਸੋਚ ਸੁਭਾਅ ਵਿੱਚ ਐਸਾ ਕੀ ਬੈਠਾ ਹੈ ਜਿਹੜਾ ਸਾਨੂੰ ਐਸੀ ਉਲਝਣ ਤਾਣੀ ਵਿੱਚ ਉਲਝਾਈ ਬੈਠਾ ਹੈ, ਜੋ ਗੁਰੂ ਦੇ ਮਾਰਗ ਦੇ ਕਰਮ ਨੇ ਉਹ ਸਾਡੇ ਤੋਂ ਹੋ ਨਹੀਂ ਪਾ ਰਹੇ। ਕਿਉਂ? ਹੰਸ, ਹੇਤ, ਆਸਾ, ਅਸਮਾਨ,
ਹੰਸ ਕਠੋਰ ਹਿਰਦਾ। 4 ਨਦੀਆਂ ਕਿਹਾ ਸੀ ਨਾ, ਅੱਗ ਦੀਆਂ 4 ਨਦੀਆਂ, ਉਹੀ ਇੱਥੇ ਗਿਣੀਆਂ ਨੇ। ਹੰਸ ਕਠੋਰ ਹਿਰਦਾ, ਹੇਤ ਹਿਤਾਂ ਨਾਲ ਪਿਆਰ, ਸੈਲਫਿਸ਼ ਹੋਣਾ, ਸਵਾਰਥੀ ਹੋਣਾ। ਆਸਾ ਅਸਮਾਨ, ਆਪਣੀਆਂ ਉਮੀਦਾਂ ਅਸਮਾਨ ਤੇ ਚੜ੍ਹੀਆਂ ਹੋਈਆਂ ਨੇ, ਪਤਾ ਨਹੀਂ ਮੈਂ ਕੀ ਕਰ ਦਿਆਂਗਾ। ਇੱਕ ਅਹੰਕਾਰ ਹੈ। ਆਸਾ ਅਸਮਾਨ ਇੱਥੇ ਹੰਕਾਰ ਨੂੰ ਕਿਹਾ, ਸਵੈਮਾਨ ਤੋਂ ਅਸਮਾਨ। ਕਠੋਰ ਹਿਰਦਾ ਹੈ, ਸੈਲਫਿਸ਼ ਥਾਟ ਹੈ, ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ ਪਰਫੈਕਟ ਮੰਨਣ ਦਾ ਇੱਕ ਅਹੰਕਾਰ ਹੈ। ਇਸ ਵਿੱਚ ਭੂਖ ਬਹੁਤ, ਨੈ ਸਾਨ, ਨੈ ਨਦੀ, ਸਾਨ ਵਾਂਗ, ਅੰਦਰ ਨਦੀ ਵਾਂਗ ਤ੍ਰਿਸ਼ਨਾ ਚੱਲ ਰਹੀ ਹੈ ਦੁਨਿਆਵੀ ਪ੍ਰਾਪਤੀਆਂ ਦੀ। ਘੱਟ ਕਮਾ ਲੈਂਦਾ, ਖਰਚੇ ਆਪਣੇ ਘੱਟ ਰੱਖਦਾ, ਚਾਦਰ ਦੇਖ ਕੇ ਪੈਰ ਪਸਾਰਦਾ। ਤੇਰੇ ਕੋਲ ਕੁਝ ਸਮਾਂ ਗੁਰੂ ਦੇ ਮਾਰਗ ਦੇ ਪਰਉਪਕਾਰ ਕਰਨ ਦਾ ਵੀ ਮਿਲ ਜਾਂਦਾ। ਤ੍ਰਿਸ਼ਨਾ ਦੀ ਨਦੀ ਨੇ, ਸੈਲਫਿਸ਼ ਸੋਚ ਨੇ, ਸਵਾਰਥੀ ਸੋਚ ਨੇ ਇਹ ਹਿਰਦਾ ਕਠੋਰ ਕਰ ਦਿੱਤਾ। ਐਸੀ ਉਲਝਣ ਤਾਣੀ 'ਚ ਫਸਾ ਲਿਆ, ਕੌਮ ਲਈ, ਸਮਾਜ ਲਈ। ਪਰਉਪਕਾਰ ਤਾਂ ਦੂਰ ਦੀ ਬਾਤ ਹੈ, ਆਪਣੇ ਪਰਿਵਾਰ ਲਈ ਵੀ ਸੋਚ ਕੇ ਦੇਖ, ਉਹ ਨਹੀਂ ਹੋ ਪਾ ਰਿਹਾ ਜਿਹੜਾ ਕਰਨਾ ਚਾਹੀਦਾ। ਭਾਉ ਖਾਣਾ ਪੀਣਾ ਆਧਾਰ, ਜਿਨ੍ਹਾਂ ਨੇ ਰੱਬ ਦਾ ਅਦਬ ਹੈ, ਗੁਰੂ ਦਾ ਅਦਬ ਹੈ, ਨਿਰਮਲ ਭਾਉ, ਇਹਨੂੰ ਰੂਹਾਨੀ ਖੁਰਾਕ ਮੰਨ ਲਿਆ। ਖਾਣਾ ਪੀਣਾ ਇਹ ਮੱਤ ਦੇ ਲਈ ਰੂਹਾਨੀ ਖੁਰਾਕ ਹੈ। ਸੋਚ ਗੁਰਮਤ ਵਾਲੀ ਬਣੇਗੀ ਇਹਦੇ 'ਚ, ਰੱਬੀ ਭੈ ਵਿੱਚੋਂ, ਗੁਰੂ ਦੇ ਅਦਬ ਭੈ ਵਿੱਚੋਂ। ਸੁਭਾਅ ਵਾਸਤੇ ਇੱਕ ਪਹਿਰਾਵਾ ਬਣੇਗਾ। ਤੇਰਾ ਖਾਣਾ ਪੀਣਾ, ਤੇਰੀ ਰੂਹਾਨੀ ਖੁਰਾਕ ਇਹੋ ਹੀ ਆਸਰਾ ਹੈ। ਬਿਨ ਖਾਦੇ ਮਰ ਹੋਏ ਗਵਾਰ, ਰੱਬੀ ਭੈ ਤੋਂ ਬਿਨਾਂ, ਗੁਰੂ ਦੇ ਭੈ ਤੋਂ ਬਿਨਾਂ ਆਤਮਿਕ ਮੌਤ ਤੇ ਮਰਦਾ ਹੈ ਮਨ, ਮੂਰਖ ਬਣ ਜਾਂਦਾ ਹੈ। ਇਹਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੂੰ ਕਿਸ ਪਾਸੇ ਉਲਝ ਰਿਹਾ। ਇਹ ਦੁਨੀਆ ਦੀ ਸੱਚਾਈ ਪਤਾ ਕੀ ਹੈ? ਜਿਸ ਕਾ ਕੋਈ ਕੋਈ, ਜਿਸ ਕਾ ਕੋਏ ਕੋਈ, ਵਾਹਿਗੁਰੂ ਦੁਬਾਰੇ ਪੜੀ, ਜਿਸ ਕਾ ਕੋਏ ਕੇਈ ਕੋਏ ਕੋਏ। ਇਹ ਬੜੀ ਕਮਾਲ ਦੀ ਰਮਜ਼ ਹੈ। ਕੌਣ ਕਿਸੇ ਦਾ ਹੈ? ਜੇ ਕੋਈ ਕਿਸੇ ਦਾ ਹੈ, ਕੇਈ ਕੋਏ ਕੋਏ, ਕੋਈ ਵਿਰਲਾ ਹੈ ਜਿਹੜਾ ਦੁੱਖਾਂ 'ਚ ਨਿਭਦਾ ਹੈ, ਨਹੀਂ ਤਾਂ ਦੁੱਖਾਂ 'ਚ ਛੋਟੀਆਂ ਛੋਟੀਆਂ ਗੱਲਾਂ ਤੇ ਹੱਥ ਛੱਡ ਜਾਂਦੇ ਜੀ। ਦੁੱਖਾਂ ਵਿੱਚ ਛੋਟੀਆਂ ਛੋਟੀਆਂ ਗੱਲਾਂ ਤੇ ਰੁੱਸ ਜਾਂਦੇ ਜੀ। ਦੁੱਖਾਂ ਵਿੱਚ ਭਰਾ ਭਰਾ ਨਾਲ ਨਹੀਂ ਨਿਭਦਾ। ਕਦੀ ਕਦੀ ਪਤਨੀ ਪਤੀ ਨਾਲ ਨਹੀਂ ਨਿਭਦੀ ਤੇ ਪਤੀ ਪਤਨੀ ਨਾਲ ਨਹੀਂ ਨਿਭਦਾ। ਇਹ ਦੁੱਖਾਂ ਵਿੱਚ ਗੁਰੂ ਨਿਭਦੇ ਨੇ, ਵਾਹਿਗੁਰੂ ਜੀ ਨਿਭਦੇ ਨੇ। ਆਖੋ ਵਾਹਿਗੁਰੂ। ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਹੋ ਤੇ ਸਾਰੇ ਤੁਹਾਡੇ ਪੈਦਾ ਕੀਤੇ ਨੇ। ਜਾ ਕੇ ਜੀ ਜੰਤ ਤਨ ਮਾਲ, ਜਿਸ ਵਾਹਿਗੁਰੂ ਜੀ ਨੇ ਇਹ ਜੀਵਨ ਦਿੱਤਾ ਹੈ, ਧਨ ਪਦਾਰਥ ਦਾਤਾਂ ਦਿੱਤੀਆਂ ਨੇ, ਇਹ ਕਿਸੇ ਨੂੰ ਸਮਝਾਉਣਾ, ਉਹਦੇ ਹਿਰਦੇ 'ਚ ਰੱਖ ਕੇ ਪੂਰਨ ਸਮਝਾ ਦੇਣਾ। ਸਤਿਗੁਰੂ ਜੀ ਕਹਿੰਦੇ ਨਾਨਕ ਆਖਣ ਵਿਖਮ ਵਿਚਾਰ, ਕੋਈ ਬੜਾ ਔਖਾ ਹੈ ਵਿਖਮ ਵਿਚਾਰ, ਕਿਉਂਕਿ ਹਰ ਬੰਦਾ ਆਪਣੇ ਸੋਚ ਦੇ ਜਾਲ ਵਿੱਚ ਫਸਿਆ ਹੋਇਆ। ਹਰ ਕੋਈ ਆਪਣੇ ਸੁਭਾਅ ਦੇ ਦਾਇਰੇ ਵਿੱਚ ਸੁੰਗੜਿਆ ਹੋਇਆ, ਇਸ ਲਈ ਵਿਖਮ ਹੈ। ਇਹਨੂੰ ਆਪਣੇ ਜੀਵਨ ਵਿੱਚ ਸਮਝਾਉਣ, ਮਨ ਨੂੰ ਸਮਝਾਉਣਾ, ਇਹ ਵੀ ਵਿਖਮ ਹੀ ਹੈ। ਆਪ ਇਹਨੂੰ ਲਾਈਟਲੀ ਨਾ ਲੈ। ਗੁਰੂ ਸਾਹਿਬ ਅੱਗੇ, ਵਾਹਿਗੁਰੂ ਜੀ ਅੱਗੇ ਅਰਦਾਸਾਂ ਵੀ ਕਰ। ਗੌੜੀ ਮਹੱਲਾ ਪਹਿਲਾ ਅਗਲਾ ਜੋ ਸ਼ਬਦ ਹੈ ਇਹ 3 ਪਦਿਆਂ ਦਾ। ਗੌੜੀ ਰਾਗ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਸਤਿਗੁਰੂ ਜੀ ਤਰੀਕਾ ਦੱਸਦੇ ਨੇ। ਤੂੰ ਪਰਿਵਾਰ ਦੇ ਮੋਹ ਵਿੱਚ ਸੈਲਫਿਸ਼ ਹੋ ਕੇ ਜ਼ਿੰਦਗੀ ਨੂੰ ਉਲਝਣ ਤਾਣੀ ਬਣਾ ਲਿਆ ਨਾ, ਤੂੰ ਆਪਣੇ ਅੰਦਰ ਇੱਕ ਨਵਾਂ ਪਰਿਵਾਰ ਪੈਦਾ ਕਰ। ਬਾਹਰਲਾ ਪਰਿਵਾਰ ਤਾਂ ਤੇਰੇ ਪੂਰਾ ਨਿਭ ਨਹੀਂ ਰਿਹਾ। ਪਤੀ ਪਤਨੀ ਇੱਕ ਦੂਸਰੇ ਦੀਆਂ ਭਾਵਨਾਵਾਂ ਨਹੀਂ ਸਮਝ ਰਹੇ, ਮਾਪਿਆਂ ਦੀਆਂ ਭਾਵਨਾਵਾਂ ਬੱਚੇ ਨਹੀਂ ਸਮਝ ਰਹੇ, ਬੱਚਿਆਂ ਦੀਆਂ ਭਾਵਨਾਵਾਂ ਮਾਪੇ ਨਹੀਂ ਸਮਝ ਰਹੇ।
कैसा माहौल ਜਿਹਾ ਬਣਦਾ ਜਾ ਰਿਹਾ ਹੈ। ਇਸ ਲਈ ਕਿਉਂਕਿ ਅੰਦਰ ਪਰਿਵਾਰ ਨਹੀਂ ਸਿਰਜਣਾ ਆਇਆ, ਆਪਣੇ ਅੰਦਰ ਇੱਕ ਪਰਿਵਾਰ ਬਣਾਓ ਕਿਹੜਾ ਮਤ ਮਾਤਾ ਪਿਤਾ ਸੰਤੋਖ, ਚੰਗੀ ਮਤ, ਗੁਰੂ ਦੀ ਮਤ, ਗੁਰੂ ਦਾ ਨਜ਼ਰੀਆ, ਗੁਰੂ ਦੀ ਸੋਚ। ਗੁਰਬਾਣੀ ਦੇ ਅਰਥਾਂ ਵਿੱਚੋਂ ਗੁਰੂ ਦੀ ਸੋਚ ਸਮਝ, ਗੁਰੂ ਸਾਹਿਬ ਹਰ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ। ਉਹਨਾਂ ਦਾ ਜੋ ਨਜ਼ਰੀਆ ਹੈ, ਉਹਨਾਂ ਦੀ ਸੋਚ ਹੈ, ਉਹਨੂੰ ਮਾਂ ਬਣਾ। ਉਸ ਦੀਆਂ ਗੁਰਮਤਿ ਦੀਆਂ ਅਸੀਸਾਂ ਨੇ ਤੇ ਆਪਣੇ ਅੰਦਰ ਇੱਕ ਸਬਰ ਸੰਤੋਖ ਲਿਆ, ਇਹਨੂੰ ਪਿਤਾ ਬਣਾ। ਗੁਰੂ ਦੀ ਸੋਚ, ਗੁਰੂ ਦਾ ਨਜ਼ਰੀਆ ਮਾਂ ਹੈ। ਸਬਰ ਸੰਤੋਖ ਵਾਲਾ ਜੀਵਨ, ਸੈਟਿਸਫਾਈਡ, ਸੰਤੁਸ਼ਟ, ਇਹ ਪਿਤਾ ਹੈ। ਸਤ ਭਾਈ ਕਰ ਇਹ ਵਸੇਖ, ਸਤ ਸ਼ਬਦ ਦਾਨ ਦੇ ਨਾਲ ਵਰਤਿਆ ਜਾਂਦਾ ਹੈ। ਪਰਉਪਕਾਰ ਕਰ, ਇਹ ਤੇਰਾ ਸੱਚਾ ਭਰਾ ਬਣੇਗਾ। ਦੂਜਿਆਂ ਲਈ ਕੁਝ ਕਰਨਾ, ਆਪਣੀ ਕਮਾਈ ਨੂੰ 90% ਗੁਰੂ ਦੀ ਬਖਸ਼ਿਸ਼ ਸਮਝ ਕੇ ਘਰੇ ਵਰਤ ਤੇ 10% ਗੁਰੂ ਦੀ ਸਮਝ ਕੇ ਗੁਰੂ ਦੀ ਕੌਮ ਤੇ ਵਰਤ। ਔਰ ਸਮਾਜ ਦੇ ਭਲੇ ਲਈ, ਕੌਮ ਦੇ ਭਲੇ ਲਈ ਪ੍ਰੈਕਟੀਕਲ ਕੁਝ ਕਰ। ਕੀਤਾ ਉਹ ਹੁੰਦਾ ਜਿਹਦਾ ਰਿਜ਼ਲਟ ਸਾਹਮਣੇ ਹੋਵੇ, ਉਹ ਤੇਰਾ ਸੱਚਾ ਵਿਸ਼ੇਸ਼ ਭਰਾ ਬਣੇਗਾ। ਇਹ ਔਖੇ ਸਮਿਆਂ ਤੇ ਕੀਤਾ ਹੋਇਆ ਪਰਉਪਕਾਰ ਐਸੀ ਬਖਸ਼ਿਸ਼ ਬਣਦਾ ਹੈ, ਉਹਨਾਂ ਔਖੇ ਸਮਿਆਂ ਚੋਂ ਰੱਬ ਪਤਾ ਨਹੀਂ ਕਿਵੇਂ ਕੱਢ ਦਿੰਦਾ। ਆਖੋ ਵਾਹਿਗੁਰੂ। ਕਹਿਣਾ ਹੈ ਕਿਛ ਕਹਿਣ ਨਾ ਜਾਏ। ਸਤਿਗੁਰੂ ਜੀ ਕਹਿੰਦੇ ਮੈਂ ਇਹ ਗੱਲ ਕਹਿਣੀ ਤਾਂ ਚਾਹੁੰਦਾ, ਪਰ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਹਾਂ ਕਿ ਕਿਸੇ ਦੇ ਹਿਰਦੇ ਤੇ ਵਸ ਜਾਵੇ, ਕਿਉਂਕਿ ਇਹਦੇ ਲਈ ਸ਼ਬਦਾਵਲੀ ਨਹੀਂ ਲੱਭ ਪਾ ਰਹੀ। ਹਰ ਬੰਦਾ ਆਪਣੇ ਸੁਭਾਅ ਅਨੁਸਾਰ ਸ਼ਬਦਾਵਲੀ ਚਾਹੁੰਦਾ ਹੈ ਕਿ ਜਿਵੇਂ ਮੇਰਾ ਸੁਭਾਅ ਆ ਮੈਨੂੰ ਉਵੇਂ ਦੱਸੋ, ਜਿਵੇਂ ਮੇਰੀ ਸੋਚ ਹੈ ਮੈਨੂੰ ਉਵੇਂ ਦੱਸੋ, ਜੋ ਮੈਂ ਚਾਹੁੰਦਾ ਉੱਦਾਂ ਦੱਸੋ। ਸਤਿਗੁਰੂ ਕਹਿੰਦੇ ਕਿਵੇਂ ਕਹੀਏ ਬਈ, ਤਉ ਕੁਦਰਤ ਕੀਮਤ ਕਹੀ ਨਾ ਪਾਏ। ਵਾਹਿਗੁਰੂ, ਤਉ ਕੁਦਰਤ ਕੀਮਤ ਨਹੀਂ ਪਾਏ ਰਹਾਓ। ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਜਿੰਨੀਆਂ ਸ਼ਕਤੀਆਂ ਨੇ, ਉਹ ਸ਼ਕਤੀਆਂ ਦਾ ਜੋ ਸੰਗ੍ਰਹਿ ਹੈ, ਉਹਨੂੰ ਕੁਦਰਤ ਕਹਿੰਦੇ ਆ। ਇਹਦੀ ਵੈਲਿਊ ਹੀ ਨਹੀਂ ਸਮਝ ਆਉਂਦੀ, ਇਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ, ਪੂਰਾ ਭੇਦ ਹੀ ਨਹੀਂ ਪਾਇਆ ਜਾ ਸਕਦਾ। ਵਾਹਿਗੁਰੂ ਜੀ, ਕੈਸੀ ਤੇਰੀ ਕਮਾਲ ਦਾ ਕੁਦਰਤ ਦਾ ਖੇਲ ਹੈ। ਦੱਸਣਾ ਚਾਹੁੰਦੇ ਹਾਂ, ਸਾਹਮਣੇ ਵਾਲੇ ਦਾ ਸੁਭਾਅ ਇਹ ਹੈ ਕਿ ਜੋ ਮੇਰਾ ਸੁਭਾਅ ਮੰਗਦਾ ਮੈਨੂੰ ਉਹ ਦੱਸ, ਜੋ ਮੇਰੀ ਸੋਚ ਮੰਗਦੀ ਹੈ ਉਹ ਦੱਸ। ਤੁਸੀਂ ਪਰਉਪਕਾਰ ਕਰਨਾ ਹੋਵੇ ਨਾ, ਤਾਂ ਜਿਹੜਾ ਪਰਉਪਕਾਰ ਕਰਨਾ ਹੁੰਦਾ ਉਹ ਦੂਸਰਿਆਂ ਦੇ ਭਲੇ ਲਈ ਹੁੰਦਾ ਹੈ। ਤੇ ਉਹਦੇ ਭਲੇ ਲਈ ਦੱਸ ਵੀ ਆਹ ਕਰਨਾ ਬਈ, ਤੁਹਾਡੇ ਭਲੇ ਲਈ ਆਹ ਕਰਨਾ ਹੈ। ਉਹ ਅੱਗੋਂ ਕਹਿੰਦਾ ਜੀ ਟਾਈਮ ਨਹੀਂ ਜੀ, ਕੀ ਕਰੀਏ ਜੀ, ਹੱਦ ਹੋ ਗਈ। ਇਸ ਲਈ ਕੁਦਰਤ ਦੀ ਕੀਮਤ ਸਮਝੀ ਨਹੀਂ ਜਾ ਸਕਦੀ। ਸਤਿਗੁਰੂ ਜੀ ਕਹਿੰਦੇ ਕਹਿਣਾ ਹੈ ਕੁਛ ਕਹਿਣ ਨਾ ਜਾਏ, ਕੀ ਕਹੀਏ, ਕਿਉਂਕਿ ਸਮਝਣ ਵਾਲੇ ਵਿਰਲੇ ਨੇ। ਪਰਉਪਕਾਰ ਲੋਕਾਂ ਲਈ ਕਰਨਾ ਹੁੰਦਾ ਤੇ ਪਰਉਪਕਾਰ ਦੀ ਰਮਜ਼ ਨੂੰ ਸਮਝਣ ਵਾਲੇ ਵਿਰਲੇ ਹੁੰਦੇ ਨੇ। ਇਹ ਸੈਂਟਰਲ ਆਈਡੀਆ ਹੈ ਰਹਾਓ ਇਸ ਸ਼ਬਦ ਦਾ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਅੰਦਰ ਪਰਿਵਾਰ ਸਿਰਜ, ਇਸ ਪਰਿਵਾਰ ਨੂੰ ਹੋਰ ਵਧਾ। ਸਰਮ ਸੁਰਤ ਦੋਏ ਸਸੁਰ ਭਏ, ਉਦਮ ਤੇਜ ਕਰ। ਅੰਦਰ ਸੁਰਤੀ, ਸੋਝੀ, ਜਜ਼ਬਾ ਪੈਦਾ ਕਰ। ਇਹ ਉਦਮ ਤੇ ਜਜ਼ਬਾ ਸੱਸ ਸਹੁਰਾ ਬਣ ਗਿਆ। ਆਖੋ ਵਾਹਿਗੁਰੂ। ਸਸੁਰ, ਸੱਸ ਸਹੁਰਾ, ਕਰਨੀ ਕਾਮਨ ਕਰ ਮੰਨ ਲਏ। ਉਹ ਉਦਮ ਤੇ ਜਜ਼ਬੇ ਵਿੱਚੋਂ ਕੀਤੇ ਹੋਏ ਕਰਮ, ਇਹ ਅੰਦਰਲੇ ਪਰਿਵਾਰ ਦੀ ਪਤਨੀ ਔਰਤ ਬਣੇਗੀ। ਆਖੋ ਵਾਹਿਗੁਰੂ। ਇਹ ਤੇਰੇ ਜੀਵਨ ਦੀ ਕਰਨੀ ਬਣੇਗੀ। ਇਹਦੇ ਲਈ ਕੌਤਕ ਵਾਪਰੇਗਾ। ਸਾਹ ਸੰਜੋਗ, ਵਿਆਹ ਵਿਜੋਗ। ਰੱਬ ਦੀਆਂ ਦੋ ਸ਼ਕਤੀਆਂ ਨੇ, ਇੱਕ ਸੰਜੋਗ ਇੱਕ ਵਿਜੋਗ। ਦੋਨੋਂ ਕੋਇਨਸੀਡੈਂਟਸ ਹੁੰਦੇ ਨੇ, ਮੌਕਾਏ ਮੇਲ ਹੁੰਦੇ ਨੇ, ਆਮ ਵਾਪਰਦੇ ਨੇ। ਸੰਜੋਗ ਨੇ ਤੈਨੂੰ ਪਰਉਪਕਾਰ ਨਾਲ ਜੋੜੀ ਜਾਣਾ ਹੈ। ਗੁਰਮੁਖ ਸੁਭਾਅ ਵਿੱਚ ਤੁਰਨ ਦੇ ਲਈ ਤੈਨੂੰ ਵਿਧੀ ਬਣਾਈ ਜਾਣੀ ਹੈ। ਇੱਕ ਸਪੋਰਟ ਦੇਣ ਵਾਲਾ ਟੁੱਟ ਗਿਆ, ਦੂਜਾ ਪੈਦਾ ਹੋ ਜਾਏਗਾ। ਦੂਜਾ ਪਿੱਛੇ ਹਟ ਗਿਆ, ਤੀਜਾ ਪੈਦਾ ਹੋ ਜਾਏਗਾ। ਨਵੇਂ ਰਾਹ ਖੁੱਲ੍ਹਦੇ ਰਹਿਣਗੇ, ਨਵੀਆਂ ਵਿਧੀਆਂ ਵਰਤਦੀਆਂ ਰਹਿਣਗੀਆਂ, ਕਿਉਂਕਿ ਰੱਬ ਦਾ ਸੰਜੋਗ ਰੂਪੀ ਸ਼ਕਤੀ ਵਾਪਰਦੀ ਰਹਿੰਦੀ ਹੈ। ਵਿਜੋਗ, ਦੂਸਰੇ ਪਾਸੇ ਤੋਂ ਮਨ ਟੁੱਟ ਕੇ ਸਹੀ ਪਾਸੇ ਤੇ ਲੱਗਦਾ ਰਹੇਗਾ। ਇੱਕ ਆਸਰਾ ਟੁੱਟ ਗਿਆ,
ਮਨ ਉਹਦੇ 'ਚ ਬਹੁਤਾ ਨਹੀਂ ਉਲਝੇਗਾ, ਨਵੇਂ ਵਿੱਚ ਤੁਰੇਗਾ। ਸੱਚ ਸੰਤਤ ਕਹੋ ਨਾਨਕ ਜੋਗ, ਇਹ ਐਸਾ ਜੋਗ ਹੈ, ਐਸਾ ਇੱਕ ਸੁਮੇਲ ਹੈ ਆਪਸ ਵਿੱਚ ਇਹਨਾਂ ਸਾਰੇ ਗੁਣਾਂ ਦਾ। ਇਹਦੇ 'ਚੋਂ ਜਿਹੜੀ ਸੰਤਾਨ ਪੈਦਾ ਹੋਏਗੀ ਉਹ ਹੋਏਗੀ ਸੱਚ ਦਾ ਜੀਵਨ, ਸੱਚ ਦਾ ਆਚਰਣ। ਇਹਨੂੰ ਗੁਰਸਿੱਖੀ ਜੀਵਨ ਕਿਹਾ, ਇਹਨੂੰ ਗੁਰਮੁਖ ਸੁਭਾਅ ਵਾਲਾ ਜੀਵਨ ਕਿਹਾ, ਇਹਨੂੰ ਗੁਰਮਤ ਸੋਚ ਵਾਲਾ ਜੀਵਨ ਕਿਹਾ। ਇਹ ਤੈਨੂੰ ਪ੍ਰਾਪਤ ਹੋ ਜਾਏਗਾ। ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਪਰਉਪਕਾਰੀ ਬਣੋ, ਕ੍ਰਾਂਤੀਕਾਰੀ ਬਣੋ, ਹੋਰਨਾਂ ਨੂੰ ਪ੍ਰੇਰਿਤ ਕਰੋ ਔਰ ਉਹਦੇ ਰਿਜ਼ਲਟ ਲਿਆਓ। 151 ਦਿਨ ਹੋ ਗਏ ਨੇ ਅੱਜ ਆਪਾਂ ਨੂੰ ਅਰਥਾਂ ਸਮੇਤ ਸਹਿਜ ਪਾਠ ਕਰਦੇ ਆ। ਤੁਸੀਂ ਆਪਣੇ ਰਿਸ਼ਤੇਦਾਰਾਂ 'ਚੋਂ ਕਿੰਨੇ ਰਿਸ਼ਤੇਦਾਰਾਂ ਨੂੰ ਜੋੜਿਆ? ਉਦਮ ਵਧਾਓ, ਸਰਮ ਸੁਰਤ ਦੋਇ ਸਸੁਰ ਪਏ। ਉਦਮ ਤੇਜ਼ ਕਰੋ, ਜਜ਼ਬਾ ਤੇਜ਼ ਕਰੋ। ਨਾ ਸੋਚੋ ਉਹਦੇ ਤੇ ਅਸਰ ਨਹੀਂ ਪਿਆ, ਨਾ ਸੋਚੋ ਉਹਨੇ ਮੈਨੂੰ ਆਹ ਕਿਹਾ। ਨਹੀਂ ਨਹੀਂ, ਕਹਿੰਦੇ ਰਹੋ, ਪਰਉਪਕਾਰ ਕਰਦੇ ਰਹੋ। ਪਰਉਪਕਾਰ ਕਰਨਾ ਬਾਬੇ ਨਾਨਕ ਦਾ ਮਿਸ਼ਨ ਹੈ। ਉਂਝ ਤੇ ਹਰ ਕੋਈ ਮੱਥਾ ਟੇਕ ਕੇ ਪੜ੍ਹ ਲੈਂਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਪਰਉਪਕਾਰ ਕਰਦੇ ਹਾਂ, ਅੱਗੇ ਵਧਣਾ ਹੈ, ਗੁਰੂ ਦੀ ਬਖਸ਼ਿਸ਼ ਮਿਲਣੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਮਨ ਪੀਵੈ ਸੁਣ ਸਬਦ